ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਿਲਾ ਪਹਿਲਾ। ਮਰਨ ਮੁਨਸਾ ਸੂਰਿਆ ਹੱਕ ਹੈ। ਜੇ ਹੋਏ ਮਰਨ ਪਰਵਾਣੋ, ਸੂਰੇ ਸਈ ਆਗੈ ਆਖੀਐ। ਦਰਗਹ ਪਾਵਹਿ ਸਾਚੀ ਮਾਣੋ। ਮਰਨ ਮੁਨਸਾ ਸੂਰਿਆ ਹੱਕ ਹੈ। ਜੇ ਜੋ ਹੋਏ ਮਰਨ ਪਰਵਾਣੋ, ਸੂਰੇ ਸਈ ਆਗੈ ਆਖੀਐ। ਦਰਗਹ ਪਾਵਹਿ ਸਾਚੀ ਮਾਣੋ। ਦਰਗਹ ਮਾਣ ਪਾਵਹਿ, ਪਤ ਸਿਉ ਜਾਵਹਿ। ਆਗੈ ਦੁਖ ਨਾ ਲਾਗੈ, ਕਰ ਏਕ ਧਿਆਵਹਿ। ਤਾਂ ਫਲ ਪਾਵਹਿ, ਜਿਤ ਸੇਵਿਐ ਭਾਉ ਭਾਗੈ। ਉੱਚਾ ਨਹੀਂ ਕਹਿਣਾ, ਮਨ ਮਹਿ ਰਹਿਣਾ। ਆਪੇ ਜਾਣੈ ਜਾਣੋ, ਮਰਨ ਮੁਨਸਾ ਸੂਰਿਆ ਹੱਕ ਹੈ। ਜੋ ਹੋਏ ਮਰਹਿ ਪਰਵਾਣੋ। ਮਰਨ ਮੁਨਸਾ ਸੂਰਿਆ ਹੱਕ ਹੈ। ਜੋ ਹੋਏ ਮਰਨ ਪਰਵਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸ਼ਬਦ ਸਰੂਪ ਦੇ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰਚਿਤ ਹੋਏ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨਾ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਹਰ ਰੋਜ਼ ਦੀ ਤਰ੍ਹਾਂ ਸਥਾਨਕ ਸੰਗਤਾਂ ਵਾਸਤੇ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਦਾ ਹੈ। ਸ਼੍ਰੀਮੁਖ ਵਾਕ ਦੇ ਰੂਪ ਵਿੱਚ ਸਾਨੂੰ ਬਰਕਤ, ਆਸੀਸ ਤੇ ਪਿਆਰ ਮਿਲਦਾ। ਜਿਵੇਂ ਅੱਜ ਵੀ ਪਾਤਸ਼ਾਹ ਸਾਹਿਬ ਜੀ ਨੇ ਬਖਸ਼ਿਸ਼ ਭਰਿਆ ਬਚਨ ਦਿੱਤਾ ਹੈ, ਬੜਾ ਰਹੱਸਵਾਦੀ ਹੈ। ਔਰ ਇਸ ਰਹੱਸਵਾਦੀ ਬਚਨ ਨੂੰ ਪੜ੍ਹ ਕੇ ਸਮਝ ਕੇ ਜਿਤਨਾ ਕਿਸੇ ਦੇ ਅੰਦਰ ਨਿਜ ਰਸ ਮਾਨਣ ਦੀ ਅਵਸਥਾ ਹੋਏਗੀ, ਉਤਨਾ ਹੀ ਉਹ ਉੱਚਾ ਉੱਠ ਜਾਏਗਾ। ਮੋਰੀ ਰੁਣ ਝੁਣ ਲਾਇਆ, ਭੈਣੇ ਸਾਵਣੇ ਆਇਆ। ਤੇਰੀ ਮੁੰਧ ਕਟਾਰੇ ਜੀਵੜਾ, ਤੰਦੋਬੀ ਲੋਭ ਲੁਭਾਇਆ। ਇਹਨਾਂ ਦਾ ਅੱਖਰੀ ਅਰਥ ਕਰੀਏ ਤੇ ਕਈ ਵਾਰ ਕੀ ਗੱਲ ਬਣਦੀ, ਲੈ ਬੱਦਲ ਤੇ ਮੁੰਦ ਤੇ ਰਸੀ, ਕੋਈ ਗੱਲ ਤੇ ਨਹੀਂ ਬਣਦੀ। ਪਰ ਚੇਤਾ ਰੱਖਣਾ ਜ਼ਰੂਰੀ ਨਹੀਂ ਹੈ ਕਿ ਅਸੀਂ ਅੱਖਰੀ ਅਰਥਾਂ ਤੇ ਹੀ ਰਹੀਏ।
ਸਾਡਾ ਇੱਕ ਮੰਡਲ ਹੈ, ਅਸੀਂ ਅੱਖਰਾਂ ਦੇ ਅਰਥਾਂ 'ਚੋਂ ਹੀ ਲੱਭਦੇ ਰਹਿੰਦੇ ਹਾਂ, ਪਰ ਸਿੱਖਿਆ ਸਦਾ ਅੱਖਰਾਂ ਦੇ ਓਹਲੇ ਹੁੰਦੀ ਹੈ। ਅੱਖਰ ਤੇ ਇੱਕ ਲਿਬਾਸ ਵਾਂਗ ਝਲਕ ਦਿੰਦੇ ਨੇ, ਇੱਕ ਇਸ਼ਾਰਾ ਕਰਦੇ ਪਈ ਇੱਧਰ ਜਾਣਾ ਤੁਸੀਂ। ਹੌਲੀ ਹੌਲੀ ਉਸ ਰਸ ਦੀ, ਅਨੁਭਵ ਦੀ ਥੋੜ੍ਹੀ ਜਿਹੀ ਸਮਝ ਆਉਣ ਲੱਗ ਪਵੇ ਅਤੇ ਫਿਰ ਇਹ ਜੋ ਸ਼ਬਦ ਨੇ ਇਹ ਆਨੰਦ ਬਹੁਤ ਦਿੰਦੇ ਨੇ। ਪਰ ਉਹਨਾਂ ਨੂੰ ਜਿਨ੍ਹਾਂ ਨੂੰ ਥੋੜ੍ਹੀ ਜਿਹੀ ਗੁਰੂ ਕੀ ਬਖਸ਼ਿਸ਼ ਪ੍ਰਾਪਤ ਹੋਣ ਲੱਗ ਪੈਂਦੀ ਹੈ, ਜੋ ਬਾਣੀ ਪੜ੍ਹਦੇ ਆਨੰਦ ਲੈਣ ਲੱਗ ਪੈਂਦੇ ਨੇ। ਅਸੀਂ ਬਹੁਤੇ ਜੀ ਅਜੇ ਉਹ ਹਾਂ ਜੋ ਬਾਣੀ ਪੜ੍ਹਦੇ ਹੋਏ ਆਨੰਦ ਨਹੀਂ ਲੈਂਦੇ, ਆਨੰਦ ਨਹੀਂ ਮਾਣਦੇ, ਕਿਉਂਕਿ ਸਾਡੀ ਇਹ ਨਹੀਂ ਕਿ ਸਾਡਾ ਦੋਸ਼ ਹੈ ਕਿ ਅਸੀਂ ਜਾਣ ਬੁੱਝ ਕੇ ਨਹੀਂ ਕਰਦੇ। ਦਰਅਸਲ ਸਾਡੀ ਅਜੇ ਅਵਸਥਾ ਉਨੀ ਉੱਚੀ ਨਹੀਂ ਹੋਈ। ਜਿਵੇਂ ਕੋਈ ਬਾਲਕ ਕਹੇ ਜੀ ਮੈਨੂੰ ਬਜ਼ੁਰਗਾਂ ਵਾਲੀਆਂ ਗੱਲਾਂ ਨਹੀਂ ਆਉਂਦੀਆਂ, ਤਾਂ ਨਹੀਂ ਆਉਣੀਆਂ ਭਾਈ, ਤੈਨੂੰ ਉੱਥੇ ਪਹੁੰਚਣ ਵਾਸਤੇ 50 ਸਾਲ ਇੰਤਜ਼ਾਰ ਕਰਨਾ ਪੈਣਾ। ਅੱਜ ਤੂੰ ਬੱਚਿਆਂ ਦੇ ਨਾਲ 10 ਵਰ੍ਹਿਆਂ 'ਚ ਖੇਡਦਾ ਹੈ ਅਤੇ 50 ਸਾਲ ਇੰਤਜ਼ਾਰ ਕਰ, ਫਿਰ ਤੈਨੂੰ ਇਹ ਤਜਰਬਾ ਮਿਲ ਜਾਏਗਾ ਕਿ 60 ਸਾਲ ਦਾ ਬਾਬਾ ਕੀ ਕਹਿੰਦਾ। ਇਸੇ ਤਰ੍ਹਾਂ ਅਧਿਆਤਮਿਕ ਮੰਡਲ ਦੇ ਵਿੱਚ ਵੀ ਅਵਸਥਾਵਾਂ ਹੁੰਦੀਆਂ ਨੇ, ਬਸ ਉੱਥੇ ਸਮੇਂ ਦੀ ਗੱਲ ਨਹੀਂ ਹੁੰਦੀ। ਸੰਸਾਰ ਅਤੇ ਸਰੀਰ ਦੇ ਪੱਧਰਾਂ 'ਤੇ ਸਮੇਂ ਦੀ ਗੱਲ ਹੁੰਦੀ ਹੈ, ਰੂਹਾਨੀ ਪੱਧਰਾਂ 'ਤੇ ਸਮੇਂ ਦੀ ਗੱਲ ਨਹੀਂ ਹੁੰਦੀ। ਉੱਥੇ ਬਖਸ਼ਿਸ਼ ਦੀ ਗੱਲ ਹੋਣ ਲੱਗ ਪੈਂਦੀ ਹੈ। ਹੋ ਸਕਦਾ ਕਿਸੇ ਨੂੰ ਇਹ ਬਖਸ਼ਿਸ਼ 5-7 ਸਾਲ 'ਚ ਮਿਲ ਜਾਏ, ਬਾਬੇ ਬੁੱਢਾ ਸਾਹਿਬ ਜੀ ਵਰਗੇ ਨੂੰ 10 ਸਾਲਾਂ 'ਚ ਹੀ ਮਿਲ ਜਾਏ। ਕਈ ਨੇ ਜੋ ਸਾਡੇ ਵਰਗੇ ਵਡੇਰੀਆਂ ਉਮਰਾਂ ਹੰਢਾਉਂਦੇ ਨੇ, ਗਿਆਨ ਵੀ ਪ੍ਰਾਪਤ ਹੁੰਦੇ ਨੇ, ਅੱਖਰੀ ਅਰਥ ਵੀ ਜਾਣਦੇ ਹਾਂ, ਪਰ ਅਜੇ ਆਨੰਦ ਨਹੀਂ ਮਾਣਿਆ ਜਾਂਦਾ। ਕਿਤੇ ਕਮੀ ਰਹਿ ਜਾਂਦੀ ਹੈ ਔਰ ਉਹਦਾ ਪਤਾ ਵੀ ਆਪਣੇ ਆਪ ਨਹੀਂ ਲੱਗਦਾ ਕਿ ਮੇਰੇ 'ਚ ਕਿਹੜੀ ਕਮੀ ਹੈ। ਆਪਾਂ ਰਣਧੀਰ ਸਿੰਘ ਸਾਹਿਬ ਦੀ ਜੀਵਨ ਗਾਥਾਵਾਂ 'ਚੋਂ ਇੱਕ ਨਿੱਕੀ ਜਿਹੀ ਗਾਥਾ ਪੜ੍ਹੀ ਹੋਣੀ ਨਾ, ਜੇਲ੍ਹ ਚਿੱਠੀਆਂ ਦੇ ਵਿੱਚ ਦਰਜ ਹੈ। ਇੱਕ ਵਾਰ ਜੇਲ੍ਹ ਦੀਆਂ ਬੈਰਕਾਂ ਦੇ ਵਿੱਚ ਸਾਰੇ ਇਹ ਸਿੰਘ ਬੰਦ ਸਨ ਅਤੇ ਇਹ ਇਹਨਾਂ ਨੂੰ ਚੂੰਕਿ ਇੱਕ ਦੂਜੇ ਨਾਲ ਵਿਅਕਤੀਗਤ ਤੌਰ 'ਤੇ ਮੁਲਾਕਾਤ ਕਰਨ ਦਾ ਹੱਕ ਨਹੀਂ ਸੀ, ਅਲੱਗ-ਅਲੱਗ ਬੈਰਕਾਂ 'ਚ ਇਕੱਲੇ ਬੰਦ ਸਨ, ਅਤੇ ਕੀ ਕਰਦੇ ਸੀ ਕਿ ਸਵੇਰੇ ਅੰਮ੍ਰਿਤ ਵੇਲੇ ਉੱਠ ਜਾਣਾ ਅਤੇ ਉੱਚੀ ਬਾਣੀ ਪੜ੍ਹਨੀ ਵੀ ਇੱਕ ਤੋਂ ਦੂਜੇ ਨੂੰ ਸੁਣਾਈ ਦੇ ਸਕੇ। ਬਾਕੀ ਲੋਕ ਸੁੱਤੇ ਹੁਣ ਸੁੱਤੇ ਰਹਿਣੇ, ਇਹਨਾਂ ਉੱਚੀ ਬਾਣੀ ਪੜ੍ਹਨੀ ਅਤੇ ਇਹਨਾਂ ਗੱਲਾਂ ਬਾਤਾਂ ਕਰਕੇ ਉੱਚੀ ਬਣ ਜੋ ਵੰਡੀਆਂ ਹੁੰਦੀਆਂ ਸੀ ਵੀ ਤੂੰ ਕਿਹੜੀ ਬਾਣੀ ਪੜ੍ਹਨੀ, ਤੂੰ ਕਿਹੜੀ ਬਾਣੀ ਪੜ੍ਹਨੀ ਆ। ਇੰਝ ਸਾਰਾ ਨਿਤਨੇਮ ਵੀ ਹੋ ਜਾਂਦਾ ਅਤੇ ਜਿਹਨੂੰ ਜੋ ਸ਼ਬਦ ਬਾਣੀ ਕੰਠ ਹੁੰਦੀ ਉਹ ਪੜ੍ਹ ਵੀ ਲੈਂਦੇ, ਨਾਲ ਗੁਰਬਾਣੀ ਦਾ ਮਾਹੌਲ ਬਣਿਆ ਰਹਿੰਦਾ। ਉਹਨਾਂ ਵਿੱਚੋਂ ਇੱਕ ਪਿਆਰਾ ਪਾਠ ਕਰਦਾ ਸੀ, ਉਚਾਰਨ ਵੀ ਸ਼ੁੱਧ ਸੀ ਉਹਦਾ, ਅੱਖਰ ਭੇਤ ਉਚਾਰਨ ਲੱਗ, ਮਾਤਰਾ ਵਿਸ਼ਰਾਮ ਸ਼ੁੱਧ ਹੈ, ਪਰ ਰਸ ਨਹੀਂ ਸੀ ਆਉਂਦਾ। ਇੱਕ ਦਿਨ ਭਾਈ ਸਾਹਿਬ ਸੁਣਦੇ ਰਹੇ ਅਤੇ ਬਾਅਦ 'ਚ ਉੱਚੀ ਬੋਲ ਪਏ ਵੀ ਸਭ ਕੁਛ ਹੈ ਪਰ ਰਸ ਨਹੀਂ ਹੈ, ਕਿਉਂਕਿ ਮੁਲਾਕਾਤ ਹੋ ਨਹੀਂ ਸਕਦੀ, ਇਕੱਠੇ ਬਹਿ ਨਹੀਂ ਸੀ ਸਕਦੇ। ਪਰ ਉਹਨੇ ਵੀ ਪਾਠ ਤੋਂ ਬਾਅਦ ਉੱਚੀ ਆਵਾਜ਼ ਪੁੱਛਿਆ ਭਈ ਮੈਂ ਤਾਂ ਸਾਰੇ ਮਾਤਰਾਵਾਂ ਠੀਕ ਪੜ੍ਹਦਾ, ਕਿਉਂਕਿ ਮੈਂ ਮਾਤਰਾਵਾਂ 'ਤੇ ਤਾਂ ਕੁਝ ਕਿਹਾ ਹੀ ਨਹੀਂ, ਮੈਂ ਰਸ 'ਤੇ ਗੱਲ ਕੀਤੀ ਹੈ। ਕਹਿਣ ਲੱਗੇ ਰਸ ਮੈਨੂੰ ਨਹੀਂ ਪਤਾ। ਕਹਿਣ ਲੱਗੇ ਅਜੇ ਕਿਤੇ ਕੋਈ ਕਮੀ ਆ, ਜਦੋਂ ਜੇਲ੍ਹ 'ਚੋਂ ਛੁੱਟੇਗਾ ਨਾ ਇੱਕ ਵਾਰ ਫਿਰ ਕਿਤੇ ਗੁਰਮੁਖ ਸੰਗਤਾਂ 'ਚ ਜਾਈ, ਫਿਰ ਆਪਣੀ ਕੋਈ ਤੇਰੀ ਅੜਚਨ ਹੈ, ਤੇਰੇ ਭੁੱਲ ਹੈ ਕੋਈ ਭਾਈ, ਸੰਗਤਾਂ 'ਚ ਜਾ, ਸੰਗਤਾਂ 'ਚ ਜਾ ਕੇ ਕੋਈ ਗੁਰਮੁਖ ਮਿਲ ਜਾਏ, ਦੁਬਾਰਾ ਗੁਰੂ ਪਿਆਰਿਆਂ ਕੋ ਪੇਸ਼ ਹੋ ਜਾ। ਕੋਈ ਭੁੱਲ ਗਲਤੀ ਹੋਏਗੀ, ਕਿਤੇ ਮਾਨਸਿਕ ਅੜਚਨ ਹੈ ਤੇਰੇ, ਉਹ ਰੁਕ ਜਾਏ, ਟੁੱਟ ਜਾਏਗੀ, ਗੱਲ ਬਣ ਜਾਏਗੀ। ਪਰ ਸਾਨੂੰ ਖੁਦ ਨਹੀਂ ਪਤਾ ਲੱਗਦਾ ਹੁੰਦਾ, ਇਹ ਦੂਜਿਆਂ ਨੂੰ ਪਤਾ ਲੱਗਦਾ ਕਈ ਵਾਰ। ਗੁਰੂ ਕਿਰਪਾ ਕਰਨ, ਇਹ ਰਹੱਸਵਾਦੀ ਸ਼ਬਦ ਨੇ, ਇਹ ਸੱਚੇ ਪਾਤਸ਼ਾਹ ਤੇਰੀਆਂ ਬਖਸ਼ਿਸ਼ਾਂ ਵਰਤੀਆਂ ਨੇ, ਅਤੇ ਤੇਰੀਆਂ ਬਖਸ਼ਿਸ਼ਾਂ ਦਾ ਜੋ ਰਹੱਸ ਹੈ ਨਾ, ਤੇਰੀਆਂ ਰਹਿਮਤਾਂ, ਇਹ ਵੀ ਤਾਂ ਕਈ ਵਾਰ ਸਾਡੇ ਲਈ ਬੰਧਨ ਬਣ ਜਾਂਦੀਆਂ ਨੇ। ਸਾਡੇ ਟੀਕਾਕਾਰੀ ਵਾਲੇ ਵੀ ਇੰਝ ਮੰਨਦੇ ਨੇ, ਕਿਉਂਕਿ ਬੰਧਨ ਕਦੋਂ ਬਣਦੀਆਂ ਨੇ, ਜਦੋਂ ਅਸੀਂ ਗਿਆਨ ਦੇ ਇੱਕ ਹਿੱਸੇ ਨੂੰ, ਇੱਕ ਪਾਸੇ ਨੂੰ ਹੱਥ ਪਾ ਲੈਂਦੇ ਹਾਂ ਅਤੇ ਉਹ ਹੱਥ ਇਹਨੇ ਮਜ਼ਬੂਤ ਪਾ ਲੈਂਦੇ ਹਾਂ ਕਿ ਛੱਡਣਾ ਨਹੀਂ ਚਾਹੁੰਦੇ। ਹੌਲੀ ਅੱਗੇ ਤੁਰੇ ਜਾਈਏ ਅਤੇ ਆਨੰਦ ਵੱਧਦਾ ਜਾਂਦਾ। ਗੁਰੂਦੇਵ ਕਿਰਪਾ ਕਰਨ ਕੇ ਸਮਾਂ ਲੱਗ ਬੇਨਤੀ ਕਰਦਾ ਹੁੰਦਾ ਕਿ ਜੋ ਸ਼੍ਰੀਮੁਖ ਵਾਕ ਮਿਲੇ ਇੱਥੇ ਤਾਂ ਆਪਾਂ ਚਲੋ ਇੱਕ ਵਾਰੀ ਪੜ੍ਹ ਲੈਂਦੇ ਹਾਂ। ਘਰ ਜਾ ਕੇ ਦੁਪਹਿਰ ਦੇ ਫੁਰਸਤ ਦੇ ਸਮੇਂ ਜਦੋਂ ਸ਼ਾਮ ਤੱਕ ਵਕਤ ਮਿਲੇ, ਇੱਕ ਵਾਰ ਇਸ ਨੂੰ ਆਰਾਮ ਦੇ ਨਾਲ ਬੈਠ ਕੇ ਅਧਿਐਨ ਕਰ ਲਈਏ, ਪੜ੍ਹ ਲਈਏ, ਸਮਝ ਲਈਏ,
कुछ ना कुछ तो पल्ले पएगा। ऐसा तो है ही नहीं कि जे असीं 10-20 मिनट बैठ के हत्थ 'च कोई पोथी साहिब लैके, चलो आ मोबाइल ही अजकल हैगे ने, ਇਹਦੇ ਤੋਂ 10-20 ਮਿੰਟ ਲਾ ਲਾਂਗੇ तो कुछ सानू मिलेगा नहीं, कुछ ना कुछ जरूर मिलेगा, जरूर प्राप्त करिया करिए। तो शायद जो मिलेगा सानू किस पासे लैके जाएगा। जो विचार असीं लड़ी 'ਚ पढ़ रहे, महाराज कह रहे ने आलाहणियां दे रूप दे विच, ते आलाहणियां दे इस स्वरूप दर्शन दे विच असीं पढ़दे आ कि जदों शरीर छुੱਟਦਾ है तो उस वक्त जो बोल, जो संताप, जो वो विचार परिवारां 'ਚ वरते ने, ਉਹਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਲੋਕ ਪੇਸ਼ ਕਰਦੇ ਨੇ, ਆਪਣੀ ਸੰਵੇਦਨਾਵਾਂ ਨੂੰ, ਆਪਣੇ ਦੁੱਖ ਨੂੰ। ਤੇ ਮਹਾਰਾਜ ਸਮਝਾਉਂਦੇ ਨੇ ਕਿ ਭਾਈ ਇਸ ਨੂੰ ਦੁੱਖ ਦੀ ਦ੍ਰਿਸ਼ਟੀ ਦੇ ਨਾਲ ਦੇਖਦੇ ਕਿਉਂ ਜੇ, ਮੌਤ ਨੂੰ ਕਿਸ ਦ੍ਰਿਸ਼ਟੀ ਬਦਲ ਕਿਉਂ ਨਹੀਂ ਲੈਂਦੇ ਤੁਸੀਂ। ਮੌਤ ਕਰਤੇ ਦੀ ਇੱਕ ਰਚਨਾ ਦਾ ਅੰਗ ਹੈ। ਜਦੋਂ ਅਸੀਂ ਕਿਸੇ ਚੀਜ਼ ਦਾ ਵਿਸਤਾਰ ਕਰਦੇ ਹਾਂ ਤੇ ਕੁਝ ਸਮੇਂ ਬਾਅਦ ਉਸ ਨੂੰ ਸਮੇਟਦੇ ਵੀ ਤੇ ਹੈ ਨਾ, ਬਸ ਇਸੇ ਤਰ੍ਹਾਂ ਕਰਤਾ ਸਾਨੂੰ ਵਿਸਤਾਰ ਦਿੰਦਾ ਫਿਰ ਸਮੇਟ ਲੈਂਦਾ। ਹਾਂ, ਉਹ ਸਮੇਟਣ ਦੀ ਕਿਰਿਆ ਹੋਵੇ ਜਿਹਨੂੰ ਮੌਤ ਕਿਹਾ ਜਾਂਦਾ ਹੈ, ਉਸ ਕਿਰਿਆ ਤੋਂ ਪਹਿਲਾਂ ਤੂੰ ਕੁਝ ਐਸਾ ਕਰ ਜਿਹਦੇ ਨਾਲ ਤੇਰਾ ਉਹ ਸੰਕੁਚਿਤ ਹੋਣਾ, ਸਮੇਟਿਆ ਜਾਣਾ ਸੁਖੈਨ ਹੋ ਜਾਏ ਬਸ। ਨਹੀਂ ਤੇ ਅਸੀਂ ਖਲਾਰਾ ਪਾ ਬਲੇ ਤਮਾਮ ਥਾਵਾਂ 'ਤੇ ਆਪਣਾ ਧਿਆਨ ਟਿਕਿਆ ਹੁੰਦਾ ਹੈ, ਸੁਰਤ ਜੁੜੀ ਹੁੰਦੀ ਹੈ, ਉਹ ਸੁਰਤ ਉੱਥੋਂ ਪੁੱਟੀ ਨਹੀਂ ਜਾਂਦੀ, ਟੁੱਟਦੀ ਨਹੀਂ ਤੇ ਮੌਤ ਦਾ ਦੁੱਖ ਬਣ ਜਾਂਦਾ ਹੈ। ਅੱਜ ਮਹਾਰਾਜ ਕਹਿਣ ਲੱਗੇ ਜਿਹੜਾ ਵਿਅਕਤੀ ਇਸ ਤਰ੍ਹਾਂ ਤਿਆਰੀਆਂ ਕਰਕੇ ਖੁਸ਼ੀ ਜਾਂਦਾ ਹੈ ਉਹਨੂੰ ਬਹਾਦਰ ਵੀ ਕਹਿੰਦੇ ਨੇ। ਕੱਲ੍ਹ ਕਿਹਾ ਸੀ ਮਰਨ ਨਾ ਮੰਦਾ ਲੋਕਾਂ ਆਖੀਏ, ਲੋਕੋ ਮੌਤ ਨੂੰ ਬੁਰਾ ਮਤ ਆਖਿਆ ਕਰੋ। ਫਿਰ ਕਹਿਣ ਲੱਗੇ ਮੌਤ ਉੱਤੇ ਹਰ ਕੋਈ ਡਰਦਾ ਹੈ। ਮਹਾਰਾਜ ਕਹਿਣ ਲੱਗੇ ਜਿਹੜਾ ਨਹੀਂ ਡਰਦਾ ਉਹਨੂੰ ਕੀ ਹੈ, ਉਹ ਹੈ ਮਰਨ। ਮੌਤ ਕੀ ਹੈ, ਮਨਸਾਂ ਸੂਰਿਆਂ ਹੱਕ ਹੈ। ਭਾਈ ਮਰਨਾ ਤੇ ਸੂਰਮਿਆਂ ਦਾ ਹੱਕ ਹੁੰਦਾ ਹੈ। ਅੱਜ ਨੂੰ ਅਸੀਂ ਆਰਮਸ ਕਹਿੰਦੇ, ਫੌਜ ਕਹਿੰਦੇ ਹਾਂ, ਇਹ ਸਾਰੇ ਜਿਹੜੇ ਭਰਤੀ ਹੁੰਦੇ ਨੇ, ਜਿੰਨੇ ਵੀ ਪੱਧਰ ਦੀਆਂ ਫੌਜਾਂ ਨੇ, ਜਦੋਂ ਭਰਤੀ ਕਰਕੇ ਟ੍ਰੇਨਿੰਗ ਕਰਕੇ ਤੋਰੇ ਜਾਂਦੇ ਨੇ, ਜਿਨ੍ਹਾਂ ਉਸ ਵਕਤ ਨੂੰ ਪੜ੍ਹਿਆ ਸਮਝਿਆ ਵਾਚਿਆ ਹੰਡਾਏ, ਉਹਨਾਂ ਨੂੰ ਪਹਿਲਾਂ ਇੱਕ ਗੱਲ ਕੀਤੀ ਜਾਂਦੀ, ਭਾਈ ਤੁਸਾਂ ਸ਼ਹੀਦ ਹੋਣਾ, ਤੁਸੀਂ ਸ਼ਹੀਦ ਹੋਣ ਵਾਸਤੇ ਤੁਰ ਚੱਲੇ ਹੋ। ਤੁਸੀਂ ਆਪਣੇ ਦੇਸ਼ ਵਾਸਤੇ, ਆਪਣੀ ਕੌਮ ਵਾਸਤੇ, ਸਰਹੱਦਾਂ ਵਾਸਤੇ ਜੋ ਵੀ ਉਸ ਵਕਤ ਦੀਆਂ ਗੱਲਾਂ ਹੁੰਦੀਆਂ ਹੋਣਗੀਆਂ, ਦੱਸਿਆ ਜਾਂਦਾ ਵੀ ਤੁਸੀਂ ਮਰਨ ਤੋਂ ਡਰਨਾ ਨਹੀਂ, ਤਾਂ ਤੁਰ ਪੈਂਦੇ ਨੇ। ਅਸੀਂ ਇਹਦਾ ਅਖਰੀ ਅਰਥ ਕਰਦੇ ਹਾਂ ਕਿ ਮਰਨ ਮਨੁੱਖਾਂ ਸੂਰਿਆਂ ਹੱਕ ਹੈ। ਬਈ ਸੂਰਮਿਆਂ ਦਾ ਮਰਨਾ ਹੱਕ ਹੈ, ਸੂਰਮਿਆਂ ਦਾ ਮਰਨਾ ਹੀ ਪ੍ਰਵਾਨ ਹੈ। ਬਸ ਗੱਲ ਇਹ ਕਿ ਅਸੀਂ ਤਲਾਸ਼ ਕਰਨਾ ਸੂਰਮਾ ਕਿਹੜਾ ਹੁੰਦਾ ਹੈ। ਅਸੀਂ ਸਮਝਦੇ ਯਾਰ ਸ਼ਸਤਰਧਾਰੀ ਹੋਵੇ, ਜੋ ਸਰੀਰ ਕਰਕੇ ਤਕੜਾ ਹੋਵੇ, ਜੋ ਸਿਪਾਹੀ ਹੋਵੇ ਸੂਰਮਾ ਹੁੰਦਾ ਹੈ। ਐਸਾ ਜ਼ਰੂਰੀ ਤਾਂ ਨਹੀਂ ਹੈ ਕਿ ਸਰੀਰ ਕਰਕੇ ਤਕੜਾ ਹੋਵੇ, ਸ਼ਸਤਰਧਾਰੀ ਹੋਵੇ, ਮੈਦਾਨੇ ਜੰਗ 'ਚ ਲੜਦਾ ਹੋਵੇ, ਜ਼ਖਮ ਸਹਿ ਲੈਂਦਾ ਹੋਵੇ, ਪਰ ਕਿ ਸੂਰਮਾ ਨਹੀਂ। ਲੋਕਾਂ ਦੀ ਦ੍ਰਿਸ਼ਟੀ 'ਚ ਤਕੜਾ ਹੋ ਸਕਦਾ ਹੈ, ਗੁਰੂ ਨਾਨਕ ਦੀ ਦ੍ਰਿਸ਼ਟੀ 'ਚ ਸੂਰਮਾ ਨਹੀਂ ਹੈ। ਜੇ ਇਸ ਨੂੰ ਆਪਣੇ ਨਜ਼ਰ 'ਚ ਵੇਖਣਾ ਹੋਵੇ, ਜਿਵੇਂ ਆ ਕੇ ਮਰਨ ਮਨੁੱਖਾਂ ਸੂਰਿਆਂ ਹੱਕ ਹੈ, ਮਰਨਾ ਹੀ ਸੂਰਮਿਆਂ ਦਾ ਹੱਕ ਹੈ, ਤੇ ਫਿਰ ਅਸੀਂ ਕੌਣ ਆ? ਅਸੀਂ ਤੇ ਕਾਇਰ ਹੋ ਗਏ, ਅਸੀਂ ਤੇ ਗੀਦੀ ਹੋਵਾਂਗੇ ਸਾਰੇ। ਜਿਹੜੇ ਮੈਦਾਨੇ ਜੰਗ 'ਚ ਲੜਨ ਨਹੀਂ ਜਾ ਰਹੇ ਤੇ ਫਿਰ ਸੂਰਮੇ ਨਹੀਂ ਹੋਏ ਨਾ। ਪਰ ਦੇਖਣਾ ਪੰਚਮ ਪਾਤਸ਼ਾਹ ਸਾਹਿਬ ਜੀ ਤੱਤੀ ਤਵੀ 'ਤੇ ਬੈਠੇ ਨੇ, ਲੜਨ ਤੇ ਨਹੀਂ ਕਦੇ ਗਏ। ਮਹਾਰਾਜ ਨੇ ਕਿਸੇ ਨਾਲ ਲੜਾਈ ਜੰਗ ਯੁੱਧ ਨਹੀਂ ਕੀਤਾ, ਕਦੇ ਤੀਰ ਤਲਵਾਰ ਸ਼ਸਤਰ ਮੈਦਾਨੇ ਜੰਗ 'ਚ ਨਹੀਂ ਚਲਾਏ, ਪਰ ਕੀ ਸੂਰਮੇ ਨਹੀਂ ਗਏ? ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੈਦਾਨੇ ਜੰਗ 'ਚ ਲੜਦੇ ਨੇ, ਜੂਝਦੇ ਨੇ, ਸੂਰਮੇ ਨੇ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਦੇ ਪਿਆਰੇ ਬਹੁਤ ਸਾਰੇ ਮੈਦਾਨੇ ਜੰਗਾਂ 'ਚ ਜੂਝਦੇ ਨੇ। ਬਾਬਾ ਬੁੱਢਾ ਸਾਹਿਬ ਜੀ ਕਦੇ ਲੜਨ ਨਹੀਂ ਗਏ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਦੇ ਮੈਦਾਨੇ ਜੰਗ 'ਚ ਨਹੀਂ ਗਏ। ਜਦਕਿ ਅੰਮ੍ਰਿਤਸਰ ਸਾਹਿਬ ਵਿਖੇ ਵੀ ਜੰਗ ਹੋਏ, ਹਰਿਮੰਦਰ ਸਾਹਿਬ ਵਿਖੇ 6ਵੇਂ ਪਾਤਸ਼ਾਹ ਸਾਹਿਬ ਜੀ ਹਜ਼ੂਰੀ ਵਿੱਚ ਹੀ, ਹਾਜ਼ਰੀਆਂ ਵਿੱਚ ਹੀ ਪਹਿਲਾ ਜੰਗ ਹੀ ਅੰਮ੍ਰਿਤਸਰ ਸਾਹਿਬ ਸਾਡਾ ਸਿੱਖ ਮੰਡਲ ਦਾ ਹੋਇਆ। ਉਹਦੇ ਵਿੱਚ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਤਲਵਾਰ ਨਹੀਂ ਚਲਾਈ, ਭਾਈ ਗੁਰਦਾਸ ਸਾਹਿਬ ਜੀ ਨੇ ਤਲਵਾਰ ਨਹੀਂ ਚਲਾਈ, ਫਿਰ ਕੀ ਸੂਰਮੇ ਨਹੀਂ? ਦਰਅਸਲ ਸਾਨੂੰ ਇੱਕ ਪਰਿਭਾਸ਼ਾ ਦਿੱਤੀ ਗਈ ਹੈ, ਅਸਾਂ ਪੜ੍ਹੀ ਹੈ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ। ਸੂਰਮਾ ਉਹ ਹੈ ਜੋ ਧਰਮ ਦੇ ਇੱਕ ਦੀਨ ਅਵਸਥਾ ਹੁੰਦੀ ਹੈ, ਉਹਦੇ ਵਾਸਤੇ ਜੂਝਦਾ ਹੈ।
ਔਰ ਉਹਦੇ ਜੂਝਣ ਦੇ ਅਲੱਗ-ਅਲੱਗ ਅਸਥਾਨ ਹੋਣਗੇ, ਅਲੱਗ-ਅਲੱਗ ਸਮੇਂ ਮੁਤਾਬਕ ਉਹਨਾਂ ਦੀਆਂ ਪਰਿਭਾਸ਼ਾ ਹੋਣਗੀਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਸੇ ਵਕਤ ਮੈਦਾਨੇ ਜੰਗ 'ਚ ਤਲਵਾਰ ਲੈ ਕੇ ਜੂਝੇ, ਆਪ ਨੂੰ ਪਤਾ ਸਿਰਫ ਇੱਕ ਵਾਰ, ਔਰ ਉਦੋਂ ਅਜੇ ਬਚਪਨ ਦੀ ਦਹਿਲੀਜ਼ ਤੋਂ ਜਵਾਨੀ ਦਹਿਲੀਜ਼ ਵਿਚਕਾਰ ਸਨ। ਸਾਡੇ ਪੁਰਾਣੇ ਕਹਿੰਦੇ ਨੇ ਕਿ ਉਸ ਵਕਤ ਇੰਨੀ ਬਹਾਦਰੀ ਨਾਲ ਤੇਗ ਚਲਾਈ ਕਿ ਪੁਰਾਣਾ ਨਾਮ ਹੀ ਬਦਲ ਦਿੱਤਾ। ਲੋਕ ਕਹਿੰਦੇ ਸੀ ਪਹਿਲਾਂ ਬਚਪਨ ਦਾ ਨਾਮ ਤਿਆਗਮੱਲ ਸੀ ਅਤੇ ਤੇਗ ਬਹਾਦਰ ਕਹਿ ਦਿੱਤਾ। ਕਰਤਾਰਪੁਰ ਸਾਹਿਬ ਦੀ ਜੋ ਜਲੰਧਰ ਦੇ ਨੇੜੇ ਜੰਗ ਹੋਈ, 6ਵੇਂ ਪਾਤਸ਼ਾਹ ਸਾਹਿਬ ਦੀ ਚੌਥੀ ਜੰਗ, ਕਹਿੰਦੇ ਨੇ ਉਹ 'ਚ ਤਲਵਾਰ ਚਲਾਈ। ਮਾਤਾ ਨਾਨਕੀ ਜੀ ਨੇ ਵੀ ਤਲਦੀ ਤਲਵਾਰ ਦੇਖੀ ਹੈ, ਪਰ ਉਸ ਤੋਂ ਬਾਅਦ ਵਿੱਚ ਲੰਮੇਰਾ ਸਮਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਲਵਾਰ ਨਹੀਂ ਚਲਾਈ। ਪਰ ਕੀ ਸੂਰਮੇ ਨੇ, ਕਿ ਇੰਨੇ ਵੱਡੇ ਸੂਰਮੇ ਨੇ, ਸ਼ਾਇਦ ਸਮਝ ਸਕੀਏ ਕਿ ਸਾਰੀ ਸਲਤਨਤ ਅੱਗੇ ਇਕੱਲੇ ਵਿਅਕਤੀ ਹਿੱਕ ਤਾਣ ਕੇ ਖਲੋਤੇ ਨੇ, ਉਹ ਡਰਦੇ ਨਹੀਂ। ਸੂਰਮਾ ਹੀ ਉਹ ਹੁੰਦਾ ਹੈ ਜੋ ਸੱਚ 'ਤੇ ਪਹਿਰਾ ਦੇਦਾ ਹੈ। ਬਸ ਮੈਦਾਨੇ ਜੰਗ ਵਿੱਚ ਜੂਝਣ ਵਾਲਾ ਵੀ ਸੂਰਮਾ ਹੈ, ਕੋਈ ਦੋ ਰਾਏ ਨਹੀਂ ਸੀ, ਉਹਦੇ ਬਾਰੇ ਨਹੀਂ ਕਹਿੰਦੇ, ਪਰ ਭਾਈ ਤਾਰੂ ਸਿੰਘ ਵੀ ਸੂਰਮਾ ਹੈ ਜੋ ਮੈਦਾਨੇ ਜੰਗ 'ਚ ਜੂਝ ਨਹੀਂ ਰਿਹਾ। ਉੱਥੇ ਦੇਖਿਆ ਤੇ ਭਾਈ ਕਨ੍ਹਈਆ ਵੀ ਸੂਰਮਾ ਹੈ। ਦਰਅਸਲ ਅਸੀਂ ਸਾਰੇ ਸੂਰਮੇ ਬਣ ਸਕਦੇ ਹਾਂ। ਸਾਡੇ 'ਚੋਂ ਸੂਰਮੇ ਨਿੱਤਰ ਸਕਦੇ ਨੇ ਜਿਹੜੇ ਸੱਚ 'ਤੇ ਟਿਕ ਜਾਣ, ਜਿਹੜੇ ਸਮੇਂ ਤੇ ਪਰਿਸਥਿਤੀਆਂ ਦਾ ਮੁਕਾਬਲਾ ਬਹਾਦਰੀ ਦੇ ਨਾਲ ਕਰ ਲੈਣ, ਜੋ ਪਰਿਸਥਿਤੀਆਂ ਦੇ ਅੱਗੇ, ਮਜਬੂਰੀਆਂ ਅੱਗੇ ਝੁਕ ਨਾ ਜਾਣ। ਭਾਈ ਸਾਹਿਬ ਇਸ ਸ਼ਬਦ ਦੀ ਵਿਆਖਿਆ ਕਰਦੇ ਕਰਦੇ ਭਾਈ ਜਸਵੀਰ ਸਿੰਘ ਕਹਿੰਦੇ ਹੁੰਦੇ ਸੀ, ਜਿਹੜਾ ਬੰਦਾ ਮਜਬੂਰੀਆਂ ਦੇ ਅੱਗੇ ਝੁਕ ਜਾਂਦਾ ਏ, ਭਾਵੇਂ ਸਰੀਰ ਕਰਕੇ ਕਿੰਨਾ ਤਕੜਾ ਬੰਦਾ ਹੋਵੇ, ਉਹ ਕਦੇ ਸੂਰਮਾ ਨਹੀਂ ਹੋ ਸਕਦਾ। ਜੋ ਕਿਸੇ ਸੰਸਾਰ ਦੀ ਮਜਬੂਰੀ ਅੱਗੇ ਝੁਕ ਗਿਆ ਤਾਂ ਸੂਰਮਾ ਕਾਹਦਾ? ਸੂਰਮਾ ਤੇ ਉਹ ਹੈ ਜੋ ਕਿਸੇ ਪ੍ਰਕਾਰ ਦੀ ਮਜਬੂਰੀ ਅੱਗੇ ਝੁਕੇ ਹੀ ਨਾ। ਕੋਈ ਈਨ ਮਨਾਉਣਾ ਚਾਹੇ, ਕੋਈ ਉਸ ਨੂੰ ਈਨ ਨਾ ਮਨਾ ਸਕੇ। ਔਰ ਇਹੀ ਸਤਿਗੁਰ ਦੀ ਪਰਿਭਾਸ਼ਾ ਹੈ। ਔਰ ਸਤਿਗੁਰ ਦੇ ਇਸ ਪਿਆਰ ਦੇ ਸਦਕੇ ਅੱਜ ਤੱਕ ਜਿੰਨਾ ਕੁ ਅਸੀਂ ਵੱਡਿਆਂ ਤੋਂ, ਆਪਣੇ ਬਜ਼ੁਰਗਾਂ ਤੋਂ, ਸਾਖੀਆਂ 'ਚ ਇਤਿਹਾਸ ਪੜ੍ਹਿਆ, ਵੱਡੀਆਂ ਵੱਡੀਆਂ ਸਲਤਨਤਾਂ, ਸਰਕਾਰਾਂ ਕਿਸੇ ਵੀ ਸਿੱਖ ਨੂੰ ਈਨ ਨਹੀਂ ਮਨਾ ਸਕੀਆਂ। ਦਰਅਸਲ ਕਿਉਂਕਿ ਸਤਿਗੁਰ ਦਾ ਹਰ ਸਿੱਖ ਸੂਰਮਾ ਹੈ। ਆ ਸ਼ਬਦ ਸਿੰਘ ਸੂਰਮੇ ਪੜ੍ਹਦੇ ਹਾਂ ਅਤੇ ਸਾਡੇ ਤੋਂ ਦਿਮਾਗ 'ਚ ਫੋਕਸ ਲੜਾਈ ਵਾਲਾ ਤੁਰ ਪੈਂਦਾ ਹੈ। ਜ਼ਰੂਰੀ ਨਹੀਂ ਕਿ ਹਰ ਬੰਦਾ ਮੈਦਾਨੇ ਜੰਗ 'ਚ ਤਲਵਾਰ ਹੀ ਚਲਾ ਰਿਹਾ ਹੋਵੇ ਅਤੇ ਸਿੰਘ ਸੂਰਮਾ ਹੁੰਦਾ ਹੈ। ਜੋ ਆਪਣੇ ਧਰਮ 'ਤੇ, ਆਪਣੇ ਸਿਧਾਂਤਾਂ 'ਤੇ, ਆਪਣੇ ਆਦਰਸ਼ਾਂ 'ਤੇ, ਆਪਣੇ ਸੰਕਲਪਾਂ 'ਤੇ, ਆਪਣੇ ਬਚਨਾਂ 'ਤੇ, ਆਪਣੇ ਵਾਅਦਿਆਂ 'ਤੇ ਟਿਕ ਜਾਏ ਅਤੇ ਫਿਰ ਉਹਦੇ ਕਦਮ ਸਾਬਤ ਰਹਿਣ, ਫਿਰ ਕਦੇ ਵਾਪਸ ਨਾ ਆਏ, ਉਹ ਸੂਰਮਾ ਹੁੰਦਾ ਜਿਹਨੂੰ ਕੋਈ ਈਨ ਨਾ ਮਨਾ ਸਕੇ। ਹਕੀਕਤ ਰਾਏ ਨੂੰ ਕੋਈ ਈਨ ਨਹੀਂ ਮਨਾ ਸਕਿਆ, ਉਹ ਵੀ ਸੂਰਮਿਆਂ 'ਚੋਂ ਹੈ, ਕੋਈ ਸ਼ਹੀਦਾਂ ਦੇ ਵਿੱਚੋਂ ਹੈ। ਆ ਕਦੇ ਕਦੇ ਨਾਮਧਾਰੀ ਮੰਡਲ 'ਚ ਇੱਕ ਅਸੀਂ ਛੋਟੇ ਜਿਹੇ ਬਾਲਕੇ ਦੀ ਗਾਥਾ ਸੁਣਦੇ ਪੜ੍ਹਦੇ ਹੁੰਦੇ ਆ, ਜਿਹਦਾ ਕੱਦ ਛੋਟਾ ਸੀ ਅਤੇ ਜਿਹੜਾ ਤੋਪਾਂ ਦੇ ਸਾਹਮਣੇ ਮਿੱਟੀ ਦੀ ਢੇਰੀ ਬਣਾ ਕੇ ਉੱਚਾ ਖੜਾ ਹੋ ਕੇ। ਹੁਣ ਕਲਪਨਾ ਕਰਨਾ ਬੱਚੇ 'ਚ, ਛੋਟੇ ਕੱਦ ਵਾਲੇ ਵਿਅਕਤੀ 'ਚ ਕਿਤਨੀ ਬਹਾਦਰੀ ਹੋਏਗੀ ਕਿ ਪਤਾ ਹੈ ਤੋਪ ਨੇ ਤੂੰਬਾ ਤੂੰਬਾ ਕਰਕੇ ਉਡਾ ਦੇਣਾ, ਪਰ ਤੋਪ ਨੀਵੀਂ ਨਹੀਂ ਹੁੰਦੀ ਅਤੇ ਬੰਦੇ ਦਾ ਕੱਦ ਛੋਟਾ ਹੈ, ਉਹ ਮਿੱਟੀ ਰੱਖ ਕੇ ਉੱਚਾ ਹੁੰਦਾ। ਲੈ ਬਿੱਲਿਆ ਹੁਣ ਤੇ ਬਰਾਬਰ ਆ ਗਿਆ। ਇਹ ਅੰਗਰੇਜ਼ਾਂ ਨੂੰ ਬਿੱਲੇ ਕਹਿੰਦੇ ਹੁੰਦੇ ਸੀ, ਹੁਣ ਤੱਕ ਬਿੱਲੇ ਹੀ ਕਹਿੰਦੇ ਨੇ, ਕਿਉਂਕਿ ਉਹਨਾਂ ਦੀ ਅੱਖਾਂ ਥੋੜ੍ਹਾ ਫਰਕ ਹੁੰਦਾ। ਕਹਿਣ ਲੱਗੇ ਲੈ ਬਿੱਲਿਆ ਹੁਣ ਤੇ ਤੋਪ ਅੱਗੇ ਆ ਗਿਆ, ਅਤੇ ਉੱਡ ਗਿਆ ਤੋਪ ਅੱਗੇ। ਕਿੰਨਾ ਕੁ ਦਿਲੋਂ ਵਿਅਕਤੀ ਬਹਾਦਰ ਹੋਵੇਗਾ। ਇੱਕ ਨਿੱਕੇ ਜਿਹੇ ਬੱਚੇ ਦਾ ਦਰਸ਼ਨ ਮਿਲਦਾ ਨਾ, ਉਸਨੇ ਭੜ ਕੇ ਅੱਗੇ ਵੱਧ ਕੇ ਇੱਕ ਅੰਗਰੇਜ਼ ਅਫਸਰ ਦਾੜੀ ਨੂੰ ਹੱਥ ਪਾ ਲਿਆ ਸੀ, ਸਿਰਫ ਇਸ ਕਰਕੇ ਤੂੰ ਸਾਡੇ ਸਿੰਘਾਂ ਨੂੰ, ਸਿੱਖਾਂ ਨੂੰ ਮਾਰਦਾ ਹੈ। ਤੇ ਹੱਥ ਨਹੀਂ ਸੀ ਕੋਈ ਛੁਡਾ ਪਾਇਆ, ਝੁਕਾ ਨਹੀਂ ਸੀ ਪਾਇਆ, ਕਹਿੰਦੇ ਨੇ ਤੂੰ ਮਾਰ ਦਿੱਤਾ, ਕੱਟਤਾ ਬੱਚੇ ਨੂੰ। ਕਿੰਨਾ ਕੁ ਬਹਾਦਰੀ ਹੋ ਉਸ ਬੰਦੇ ਦੇ ਅੰਦਰ ਹੋਏਗੀ। ਦਰਅਸਲ ਜੋ ਜੀਵਟ ਹੈ ਨਾ, ਜੋ ਕਰਤੇ ਨੇ ਸਾਡੇ ਅੰਦਰ ਇੱਕ ਕਲਾ ਪਾਈ ਹੈ ਨਾ, ਅਸੀਂ ਦੇਖੀਏ ਤਾਂ ਛੋਟੀ ਉਮਰ 'ਚ ਬਾਬਾ ਜ਼ੋਰਾਵਰ ਸਿੰਘ ਜੀ, ਫਤਿਹ ਸਿੰਘ ਜੀ ਕਿੰਨੇ ਕੁ ਤਸੀਹੇ ਦਿੱਤੇ ਗਏ ਨੇ। ਜਦੋਂ ਅਸੀਂ ਤਸੀਹਿਆਂ ਦਾ ਇਤਿਹਾਸ ਪੜ੍ਹਦੇ ਹਾਂ ਅਤੇ ਅੱਜ ਵੀ ਪੜ੍ਹਦੇ ਹਾਂ, ਸਾਡੇ ਲੋਹੀ ਕੰਡੇ ਖੜ੍ਹੇ ਹੋ ਜਾਂਦੇ ਨੇ ਕਿ ਇੰਨਾ ਤਸੀਹੇ ਨਿੱਕੀਆਂ ਨਿੱਕੀਆਂ ਜਿੰਦਾਂ 'ਤੇ ਦਿੱਤੇ ਗਏ। ਅਸੀਂ ਤਾਂ ਮੋਟੇ ਮੋਟੇ ਤੌਰ 'ਤੇ ਆਖੇ ਜੀ ਕੰਧਾਂ 'ਤੇ ਚਿਣ ਦਿੱਤੇ ਗਏ, ਇੰਨਾ ਹੀ ਪੜ੍ਹ ਕੇ ਹਟ ਜਾਈਦਾ ਹੈ। ਪਰ ਆਪ ਨੂੰ ਪਤਾ ਹੈ
ਠੰਡੀਆਂ ਸਰਦ ਮੌਕਿਆਂ 'ਤੇ ਸ਼ਮਕਾਂ ਦੇ ਨਾਲ ਮਾਰਿਆ ਗਿਆ, ਢੀਮਾਂ ਮਾਰੀਆਂ, ਗੁਲੇਲੇ ਮਾਰੇ, ਤਾਂ ਕਿ ਡਰ ਪੈਦਾ ਹੋ ਸਕੇ ਇਹਨਾਂ ਦੇ ਦਿਲ ਵਿੱਚ, ਅਤੇ ਡਰ ਦੇ ਨਾਲ ਕੰਬ ਕੇ ਕਹਿਣ ਨਾ ਨਾ ਸਾਨੂੰ ਮਾਰੋ ਨਾ। ਬਹੁਤ ਤਰੀਕਿਆਂ ਦੇ ਨਾਲ ਟਾਰਚਰ, ਅੱਜ ਕੱਲ੍ਹ ਅੰਗਰੇਜ਼ੀ ਸ਼ਬਦ ਹੈ, ਟਾਰਚਰ ਕੀਤਾ, ਤਸੀਹੇ ਦਿੱਤੇ, ਸੱਟਾਂ ਲੱਗੀਆਂ, ਕਹਿੰਦੇ ਨੇ ਇੱਥੋਂ ਤੱਕ ਸੱਟਾਂ ਲੱਗੀਆਂ ਕਿ ਬਾਬਾ ਫਤਿਹ ਸਿੰਘ ਦੀ ਅੱਖ 'ਚੋਂ ਖੂਨ ਵਗਦਾ ਪਿਆ, ਪਰ ਫਿਰ ਵੀ ਟਿਕੇ ਹੋਏ ਨੇ। ਉਹਨਾਂ ਨੂੰ ਸੱਟਾਂ ਪੈਂਦੀਆਂ ਨੇ, ਅਤੇ ਕੀ ਉਹ ਸੱਟਾਂ ਮਾਤਾ ਗੁਜਰੀ ਦੇ ਦਿਲ 'ਤੇ ਨਹੀਂ ਪੈਂਦੀਆਂ? ਕਿੰਨੀ ਕੁ ਦੂਰ ਹੈ ਉਹ ਉੱਚਾ ਠੰਡਾ ਬੁਰਜ? ਮਾਤਾ ਗੁਜਰੀ ਬਹੁਤ ਵੱਡਾ ਸੂਰਮਾ ਹੈ। ਔਰ ਇਹੀ ਗੱਲ ਸਾਨੂੰ ਸਤਿਗੁਰ ਸਮਝਾਉਣ ਦੇ ਭਾਵ, ਜ਼ਿੰਦਗੀ 'ਚ ਕਿਤੇ ਵੀ ਕੋਈ ਪਰਿਸਥਿਤੀਆਂ ਹੋਵਣ, ਉਹਨਾਂ ਦੇ ਅੱਗੇ ਆਪਣੇ ਗੁਰੂ ਦੀ ਸਿੱਖਿਆ ਦੇ ਸਦਕੇ ਜੋ ਟਿਕ ਜਾਂਦਾ ਹੈ, ਸੱਤ 'ਤੇ ਅੜ ਜਾਂਦਾ ਹੈ, ਲੜਦਾ ਝਗੜਦਾ ਨਹੀਂ ਕਿਸੇ ਦੇ ਨਾਲ, ਬਸ ਸੱਤ ਰੱਖਦਾ ਹੈ, ਉਹ ਸੂਰਮਾ ਹੈ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ। ਭਾਵੇਂ ਮੈਦਾਨੀ ਜੰਗ ਵਿੱਚ ਹੋਵੇ, ਭਾਵੇਂ ਸਮਾਜ ਵਿੱਚ ਹੋਵੇ, ਪਰਿਵਾਰ ਵਿੱਚ ਹੋਵੇ, ਜੋ ਕਿਸੇ ਪਰਿਸਥਿਤੀਆਂ ਕਰਕੇ, ਕਿਸੇ ਝੂਠੇ ਦਬਾਅ ਕਰਕੇ ਚੁੱਕਦਾ ਨਹੀਂ। ਇਹਨਾਂ ਗੱਲਾਂ ਦਾ ਨਾ ਅਸੀਂ ਗਲਤ ਅਰਥ ਲੈ ਕੇ ਘਰਾਂ 'ਚ ਕਲੇਸ਼ ਪਾ ਬੈਠੇ ਹੁੰਦੇ ਹਾਂ, ਉਹ ਨਾ ਪਾਇਆ ਕਰੀਏ। ਸਾਡੇ ਸਮਾਜਿਕ ਘਰਾਂ 'ਚ ਕਲੇਸ਼ ਵੀ ਕਈ ਵਾਰ ਗੁਰਬਾਣੀ ਦੀਆਂ ਕੁਝ ਤੁਕਾਂ ਦਾ ਗਲਤ ਢੰਗ ਨਾਲ ਪ੍ਰਯੋਗ ਆਪਾਂ ਕਰ ਲਈ ਨੇ, ਜੋ ਗਲਤ ਹੈ। ਇਹ ਸਾਨੂੰ ਸੱਤ 'ਤੇ ਗੱਲ ਟਿਕਣ ਦੀ ਹੈ, ਪਰਿਵਾਰਾਂ 'ਚ ਕਲੇਸ਼ ਪਾਉਣ ਲਈ ਨਹੀਂ ਕਿ ਅਸੀਂ ਬੜੇ ਸੂਰਮੇ, ਮੈਂ ਤੁਹਾਡੀ ਨਹੀਂ ਮੰਨਦਾ ਜੀ, ਨਹੀਂ, ਮੇਰੀ ਮਰਜ਼ੀ ਨਹੀਂ ਹੋਣੀ ਚਾਹੀਦੀ, ਮਰਜ਼ੀ ਗੁਰੂ ਕੀ ਹੋਣੀ ਚਾਹੀਦੀ ਹੈ। ਬਹਾਦਰ ਉਹ ਹੈ ਜੋ ਆਪਣੀ ਮਰਜ਼ੀ ਨਹੀਂ ਕਰਦਾ, ਆਪਣੇ ਗੁਰੂ ਦੀ ਮਰਜ਼ੀ 'ਤੇ ਪਹਿਰਾ ਦਿੰਦਾ ਹੈ। ਅਤੇ ਮਹਾਰਾਜ ਸਾਨੂੰ ਅੱਜ ਇੱਥੇ, ਜਿਸ ਮਨੁੱਖ ਦੇ ਅੰਦਰੋਂ ਮਰਨ ਦਾ ਭੈ ਨਿਕਲ ਜਾਂਦਾ, ਅਤੇ ਮਰਨ ਦਾ ਭੈ ਫਿਰ ਕਿਹਦੇ ਅੰਦਰੋਂ ਨਿਕਲੇਗਾ? ਕਿਉਂਕਿ ਅਸੀਂ ਹੁਣ ਅੱਜ ਦੇ ਸੰਦਰਭ 'ਚ ਨਵਾਚਦੇ ਹਾਂ। ਹੁਣ ਉਹ ਜੰਗਾਂ ਯੁੱਧਾਂ ਦਾ ਐਸਾ ਵੈਸਾ ਹਾਲਾਤ ਨਹੀਂ ਹੈ ਕਿ ਲੜਾਈ ਪੜਾਈ ਹੋਵੇ, ਤੀਰ ਗੋਲੀਆਂ ਤਲਵਾਰਾਂ ਚੱਲ ਰਹੀਆਂ ਨੇ, ਠੀਕ ਹੈ, ਬਾਰਡਰਾਂ 'ਤੇ ਚੱਲਦਾ ਅਜੇ ਵੀ, ਪਰ ਘਰਾਂ 'ਚ ਅਸੀਂ ਕਿੱਥੇ ਸੂਰਮੇ ਬਣਨਾ ਹੈ? ਅਸੀਂ ਤਾਂ ਅਲਾਹਣੀ ਇੱਥੇ ਬੈਠ ਕੇ ਪੜ੍ਹ ਰਹੇ ਨਾ, ਆਪਣੇ ਸੰਦਰਭ ਦੇ ਵਿੱਚ ਸਾਡੇ ਵਾਸਤੇ ਸੰਦਰਭ ਹੈ ਭਾਈ, ਜੋ ਸਿਧਾਂਤ, ਜੋ ਬਖਸ਼ਿਸ਼ਾਂ, ਜੋ ਆਦਰਸ਼ ਗੁਰਦੇਵ ਨੇ ਦਿੱਤੇ ਨੇ, ਉਹਨਾਂ ਨੂੰ ਆਪਣੇ ਹਿਰਦੇ 'ਚ ਆਤਮਸਾਤ ਕਰੀਏ, ਅਤੇ ਇਸ ਗੱਲੋਂ ਨਿਡਰ ਹੋ ਜਾਈਏ ਕਿ ਭਾਈ ਇੱਕ ਦਿਨ ਕੋਈ ਗੱਲ ਨਹੀਂ, ਆਪਾਂ ਸੰਸਾਰ ਛੱਡਣਾ ਹੈ, ਇੱਕ ਮੈਦਾਨੀ ਜੰਗ ਵਾਂਗ ਸਰੀਰ ਹੈ, ਛੱਡ ਦੇਣਾ ਹੈ, ਆਪਾਂ ਮਰਨ ਤੋਂ ਨਹੀਂ ਡਰਦੇ। ਪਰ ਇੱਕ ਚੇਤਾ ਰੱਖਣਾ ਕਿ ਸਾਡੀ ਮ੍ਰਿਤਿੂ ਕਰਤੇ ਪੁਰਖ ਦੀ ਨਜ਼ਰ 'ਚ ਪ੍ਰਵਾਨ ਹੋ ਜਾਏਗੀ। ਅਤੇ ਮ੍ਰਿਤਿੂ ਪ੍ਰਵਾਨ ਕਦੋਂ ਹੋਏਗੀ? ਜੇ ਸਾਡਾ ਜੀਵਨ ਪ੍ਰਵਾਨ ਹੋਏਗਾ। ਜੇ ਸਾਡਾ ਜੀਵਨ ਹੀ ਵਿਕਾਰਾਂ ਭਰਿਆ ਹੋਇਆ ਹੈ, ਅਤੇ ਭਾਵੇਂ ਅਖੀਰ 'ਤੇ ਆ ਕੇ ਜਿੰਨੀਆਂ ਮਰਜ਼ੀ ਮਾਲਾ ਪਕੜ ਕੇ ਬਹਿ ਜਾਓ, ਪ੍ਰਵਾਨਗੀ ਥੋੜ੍ਹਾ ਮਿਲ ਜਾਏਗੀ। ਸਾਨੂੰ ਆ ਜੋ 50-60 ਸਾਲ ਦਾ ਸਮਾਂ, 70 ਸਾਲ ਦਾ, 80-90 ਸਾਲ ਦਾ ਸਮਾਂ ਵੱਖਰਾ ਵੱਖਰਾ ਮਿਲ ਰਿਹਾ ਹੈ, ਇਹ ਸਾਰਾ ਵਾਚਿਆ ਜਾਣਾ ਭਾਈ। ਅੱਜ ਜਿਵੇਂ ਐਗਜ਼ਾਮੀਨੇਸ਼ਨ ਦੇ ਵਿੱਚ ਸਾਲ ਭਰ ਦੀ ਐਕਟੀਵਿਟੀ ਵਾਚੀ ਜਾਂਦੀ ਹੈ, ਕੇਵਲ ਕਾਪੀ 'ਤੇ ਸਾਰਾ ਵਧੀਆ ਲਿਖ ਆਏ ਹੋ, ਪਰ ਅੱਗੇ ਡਾਊਟ ਲੱਗ ਜਾਂਦਾ ਵੀ ਲੈ ਪਿੱਛੇ ਤਾਂ ਕਦੇ ਪੜ੍ਹਿਆ ਨਹੀਂ ਸੀ, ਕਦੇ ਪਾਸ ਜੋਗੇ ਨੰਬਰ ਨਹੀਂ ਆਏ, ਹੁਣ 100% ਕਿਵੇਂ ਲੈਂਦਾ? ਚੋਰੀ ਕੀਤੀ ਤੂੰ, ਨਕਲ ਕੀਤੀ ਹੈ। ਜ਼ਿੰਦਗੀ ਦੇ ਵਿੱਚ ਸੰਪੂਰਨ ਜੀਵਨ ਹਰ ਰੋਜ਼ ਦਾ ਇਮਤਿਹਾਨ ਹੈ। ਸਾਡਾ ਇਮਤਿਹਾਨ ਹਰ ਰੋਜ਼ ਹੈ, ਹਰ ਪਲ ਹੈ। ਪਤਾ ਨਹੀਂ ਕਦੋਂ ਮਹਾਰਾਜ ਨੇ ਇਮਤਿਹਾਨ ਪਾ ਦੇਣਾ, ਡੋਲਣਾ ਨਹੀਂ ਹੈ। ਪਰ ਅਰਦਾਸ ਕਰਿਆ ਕਰੀ ਡੋਲਣ ਤੇ ਰੱਖ ਪ੍ਰਭੂ। ਜਿਹੜੇ ਜੀ ਸੱਚ 'ਤੇ ਟਿਕ ਜਾਂਦੇ ਨੇ, ਜਿਹੜੇ ਜੀ ਸੱਚ ਦੇ ਸਦਕੇ ਬਹਾਦਰੀ ਪ੍ਰਾਪਤ ਕਰਦੇ ਨੇ, ਚੇਤਾ ਰੱਖਣਾ ਸੱਚ ਦੀ ਬਹਾਦਰੀ ਜਪ 'ਚੋਂ ਪ੍ਰਾਪਤ ਹੋਣੀ ਹੈ। ਜਿਵੇਂ ਸਰੀਰਕ ਸੂਰਮਿਆਂ ਸਿਪਾਹੀਆਂ ਨੂੰ ਚੰਗਾ ਭੋਜਨ ਖਾਣਾ ਪੈਂਦਾ ਹੈ, ਚੰਗੀ ਡਾਈਟ ਲੈਣੀ ਪੈਂਦੀ ਹੈ, ਐਕਸਰਸਾਈਜ਼ ਕਰਨੀ ਪੈਂਦੀ ਹੈ, ਸਾਨੂੰ ਚੰਗੇ ਵਿਚਾਰ ਲੈਣੇ ਪੈਣੇ ਨੇ, ਉਹਨਾਂ ਦਾ ਅਭਿਆਸ ਕਰਨਾ ਪੈਣਾ ਹੈ। ਅਤੇ ਸਭ ਤੋਂ ਚੰਗੇ ਵਿਚਾਰ ਤਾਂ ਫਿਰ ਗੁਰੂ ਕੇ ਨੇ। ਇੰਝ ਗੁਰਬਾਣੀ ਸ਼ਬਦ ਨੂੰ ਪੜ੍ਹਨਾ ਪੈਣਾ, ਸੁਣਨਾ ਪੈਣਾ, ਸਮਝਣਾ ਪੈਣਾ, ਫਿਰ ਇਹਦਾ ਅਭਿਆਸ ਕਰਨਾ ਪੈਣਾ। ਅਤੇ ਮਹਾਰਾਜ ਕਹਿਣਗੇ ਫਿਰ ਬਹਾਦਰ ਹੋ ਜਾਵਾਂਗੇ, ਫਿਰ ਸਾਡਾ ਮਰਨਾ ਚੰਗਾ ਹੋ ਜਾਏਗਾ, ਫਿਰ ਅਸੀਂ ਮਰਨਾ ਸਰਲ ਕਰ ਲਾਂਗੇ, ਫਿਰ ਆਪਣਾ ਮਰਨਾ ਸਫਲ ਕਰ ਲਵਾਂਗੇ। ਅਤੇ ਜਿਹੜੇ ਇੱਥੇ ਪਹੁੰਚ ਜਾਂਦੇ ਨੇ ਉਹੀ ਬਹਾਦਰ ਨੇ, ਜਿਹੜੇ ਜ਼ਿੰਦਗੀ ਦੀ ਪਰਿਸਥਿਤੀਆਂ 'ਚ ਟਿਕੇ ਰਹਿੰਦੇ ਨੇ। ਮਹਾਰਾਜ ਕਹਿੰਦੇ ਫਿਰ ਉਹਨਾਂ ਬਹਾਦਰਾਂ ਦਾ ਹੱਕ ਹੈ ਇੱਜ਼ਤ ਦੇ ਨਾਲ ਸੰਸਾਰ ਛੱਡ ਕੇ ਜਾਵਣ। ਨਹੀਂ ਤੇ ਇੱਕ ਬਚਨ ਹੋ ਰਿਹਾ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਜਿਹਨੇ ਪਰਮੇਸ਼ਰ ਨਹੀਂ ਜਾਣਿਆ ਰੋਜ਼ ਮਰਦੇ ਨੇ, ਇਸ ਕਰਕੇ ਰੋਜ਼ ਮਤ ਮਰੋ, ਇੱਕ ਵਾਰ ਮਰੋ, ਬਸ ਇੱਕ ਵਾਰ। ਐਸੇ ਮਰੋ ਜੇ ਬਹੁਰ ਨਾ ਮਰਨਾ।
इस तरह संसार एक बार छे कि बार बार तो कहानियाँ खत्म हो जान। महाराज कहने कि मरण मनसा सूर्या हक है, जो होए मरण परवाणो। गल है कि मरण परवान किन्हां नूं होया। असीं तुसीं भावें कई बार देखिया होवे, बड़े वड्डे वड्डे शरीर करके बहादुर, तकड़े, बलवान, शस्त्रधारी, ज्ञान विज्ञान करके बड़ियां दलीलां ते तर्कां वाले मनुख मरना परवान नहीं हुंदा। उन्हां सारिਆਂ ਨੂੰ इतिहास पढ़ के देखिए, मरना परवान नहीं हो रहा। तो जिन्हों मरना परवान नहीं हो रहा, भाव अजे वो कुछ होर लोड़दा पिया है, ਉਹਦੇ अंदर कुछ ख्वाहिशां ने, ਉਹਦੇ अंदर कुछ संसार ਦੀਆਂ ऐसियां गल्लां टिकियां ने कि जिंदगी के इस रस ਨੂੰ माण नहीं पाया, जान नहीं पाया। दूसरे पासे को है ਜਿਹੜਾ ਆਪਣੇ ਆਦਰਸ਼ਾਂ ਤੇ ਟਿਕ ਜਾਂਦਾ ਤੇ ਮਰਨਾ स्वीकार कर ले। गल है जे होए मरण परवान, बहादुरी बड़ा ही रखता है पर मरना नहीं चाहता, इच्छा नहीं है। जबरदस्ती फड़ के फाहे ला दिता गया, वो शहीद थोड़ा होंदा, मरना थोड़ा प्रवान किया। वो तो तड़पदा चीखदा चिल्लांदा मरिया, तो वो इस मुकाम का हकदार नहीं है। इतिहास पढ़ के देखना, जदों किते चांदनी चौक शीशगंज साहिब मत्था टेकण लई जाना ना, धन गुरु तेग बहादुर साहब जी के पवित्र पावन स्थान ते आपां शीशगंज साहिब मत्था टेकदे आ, ते उस पावन मुकाम ते सामने अज जे नक्शे मुताबिक जो उस दरवाजे ते खड़े हो जाना, जिहड़ा दरवाजा बाहर सड़क वाल नूं खुलदा है, तो उस पासे तो हो के जिथे हुण छबील लगा दी गई है, उत्थों उस फवारे वाले मुकाम नूं देखना सामने पैंदा है। इत्थे भाई मती दास साहब जी, सती दास साहब जी, भाई दयाला जी, तीन ये तो शायद पता है 740 सिंह होर जिहड़े बाबा बंदा सिंह जी दे नाल पकड़े गए ने, इत्थे शहीद होए ने सारे। उन्हां 750 सिंघां दी शहादत गाह है, तो उन्हां दे विच उस बच्चे की कहानी बार बार पढ़ी जाती है, जिहदी माँ उहदी रिहाई दे परवाने लैके आ गई सी, पर वह भज के आप चला जाता है, अपना सिर उत्थे रख लै भी तू मार तलवार, क्योंकि उन्होंने मरना परवान है। वो एक सामने जिंदगी खड़ी है, सरकारी इजाजत वो हाथ विच है, पर उन्होंने असली जिंदगी का भेद समझ आ गया कि मरना तो फिर भी है। हकीकत राय नूं पुछया गया सी, उन्हें कहा सी कि फिर नहीं मरांगे। बहुत प्यारा जिहा बच्चा बाबा, असीं बाबा कह सकते हैं, शाहबाज सिंह 18-19 साल का नौजवान जो मकतब चों पढ़ के अजकल के मुताबिक हर डिग्रियां लैके पढ़ता, सुबेग सिंह का बेटा। जदों उन्हें चरखड़ी ते चाढ़िया गया तो जिंदगी के बारे पुछया, उन्हें कहा कि सारा कुछ तुहाडा मिल जाए, राज मिल जाए, तखत मिल जाए, तुसीं जगीदारी दे, जमींदारी दे दिओ, वड्डा अहुदा दे, तो की बात मौत नहीं होएगी? कहने लगे नहीं, ये तो नहीं टल सकती, मौत तो नहीं टलदी, तो कहने फिर हुणे ही आ लेने दिओ। जे 10-20-50 साल बाद राज भोग के तुहाडी जगीदारियां जिम्मेदारियां तुहाडे उच्चे अहुदे ते दुनिया भर के विकार विचार भोग के फिर मरना है ना, बेइज्जत होके खुआर होके मरना, तो चंगा तो हुणे चरखड़ी ते चाड़। बस जिसनूं मरण परवान हो गया। गुरुदेव किरपा करन, गुरु नानक साहिब की गल जो आपां कल परसों वाच रहे सां, केवल जीवन की कला ही नहीं सिखाई, सतगुरु ने सानूं ये रहस्य भी सिखा दिता है कि भाई तुसां संसार छड्ड के जाना है और बाइज्जत जाना है। मरना सिखाया जाता है। महाराज अज कहने लगे सूरमिਆਂ का हक है मरना, पर सूरमा कौन है? केवल लड़ाई पढ़ाई वाला नहीं, जे होए मरण परवान, जिन्हां दा मरना परवान हो गया, जिन्हां दा जीवन का त्याग करता पुरख की दृष्टि च परवान हो जाता। तो चेता रखना, करता पुरख की दृष्टि च मरवाना परवान सिर्फ उन्हां दा हुंदा है जो खुद परवान करते हैं। जो खुद परवान नहीं कर पाए वो कदे दरगाह च परवान ही नहीं दे। फिर की करिए? इस रहस्यवाद तक किवें पहुंची? कहने लगे सूरे सही आगे आखी है। ठीक है, इत्थों से चले भी गए, शरीर तो छुट ही जाना साडा, भावें इज्जत ना छुटे तो भावें बेइज्जती ना छुटे, भावें बहादुरी नाल लड़दे मरीए भावें मंजे ते पै के मरीए, शरीर तो छड्ड ही देना ना। भावें कोई जपी होवे ते भावें कोई ना जपी होवे, शरीर तो सब का छुटना है। एक दिन फिर आप अगे भी जाना, क्योंकि अगे अगला मंडल है, उन्होंने आप दरगाह कई निकल असी समझ लीए कि जिस तरह की दुनिया असी आ देख रहे हैं ना, ये नाल मिलता जुलता माहौल अगे भी है। हुण तो नवे दार्शनिक ते नवे इस पक्ष के विचार
ਯੂਨੀਵਰਸਿਟੀਆਂ ਵਿੱਚ ਇਸ ਗੱਲ 'ਤੇ ਵਿਚਾਰ ਕਰਨਾ ਪਈ ਇਹੋ ਜਿਹੀ ਦੁਨੀਆ ਕੋਈ ਹੋਰ ਵੀ ਹੈਗੀ ਆ। ਸਾਨੂੰ ਇਹੀ ਨਹੀਂ ਕਿ ਅਸਾਲ ਦੀ ਆਖਰੀ ਦੁਨੀਆ ਹੈ, ਇਹੋ ਜਿਹੀ ਦੁਨੀਆ ਹੋਰ ਹੋ ਸਕਦੀ, ਸੰਭਾਵਨਾਵਾਂ ਨੇ। ਕਰਤਾ ਪੁਰਖ ਦੀ ਬਣਾਈ ਰਚਨਾ ਜਿਹਨੂੰ ਆਪਾਂ ਸਪੇਸ ਕਹਿੰਦੇ ਆ, ਬੇਅੰਤ ਹੈ ਨਾ, ਸ੍ਰਿਸ਼ਟੀਆਂ ਦੇ ਪੰਡਲ ਬੇਅੰਤ ਨੇ। ਸਾਨੂੰ ਤਾਂ ਇੱਕ ਬ੍ਰਹਮੰਡ ਦੇ ਬਾਰੇ ਜੇ ਨਹੀਂ ਪਤਾ ਲੱਗਾ ਪੂਰਾ, ਅਤੇ ਵਿਗਿਆਨ ਵੀ ਮੰਨਣ ਲੱਗ ਪਿਆ ਕਿ ਪਤਾ ਨਹੀਂ ਕਿਤਨੇ ਕੋਈ ਇਹੋ ਜਿਹੇ, ਅੱਜ ਜਿਵੇਂ ਆਪਾਂ ਸੌਰ ਮੰਡਲ ਇੱਕ ਸ਼ਬਦ ਹੈ ਵੀ ਇੱਕ ਸੂਰਜ ਹੈ, ਇੱਕ ਸੂਰਜ ਦੇ ਆਲੇ ਦੁਆਲੇ 7-8 ਗ੍ਰਹਿ ਅਤੇ ਇੱਕ ਦੌਰ, ਇਹੋ ਜਿਹੇ ਪਤਾ ਨਹੀਂ ਕਿਤਨੇ ਕੁ ਹੋਰ ਮੰਡਲ ਹੋਣਗੇ। ਬਹੁਤ ਪਹਿਲਾਂ ਜਦੋਂ ਵਿਗਿਆਨ ਦੀ ਅੱਖਾਂ ਖੋਲ੍ਹਦਾ ਪਿਆ ਸੀ, ਜਦੋਂ ਪਾਵਨ ਬਾਣੀ ਪੜ੍ਹਦੇ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਅਸੀਂ ਇੱਕ ਬ੍ਰਹਮੰਡ ਦਾ ਗਿਆਨ ਸਾਡੇ ਸਾਇੰਸ ਨੂੰ ਨਹੀਂ ਮਿਲਿਆ। ਹਾਲਾਂਕਿ ਹੁਣ ਅਸੀਂ ਨਵੇਂ ਵਿਗਿਆਨ 'ਚ ਪੜ੍ਹ ਰਹੇ ਹਾਂ ਕਿ ਐਸੇ ਕਈ ਹੋਰ ਬ੍ਰਹਮੰਡ ਹੋ ਸਕਦੇ ਨੇ, ਐਸੇ ਕਈ ਹੋਰ ਧਰਤੀਆਂ ਹੋ ਸਕਦੀਆਂ ਨੇ, ਉਹਨਾਂ 'ਤੇ ਸਾਡੇ ਤੋਂ ਬਿਹਤਰ ਜੀਵਨ ਹੋ ਸਕਦਾ ਹੈ। ਅਤੇ ਗੁਰੂ ਸਾਹਿਬ ਤਾਂ ਹਮੇਸ਼ਾ ਹੀ ਕਹਿੰਦੇ ਨੇ ਵੀ ਤੁਹਾਡੇ ਤੋਂ ਇੱਕ ਵੱਖਰਾ ਹੋਰ ਲੈਵਲ ਹੈ ਜਿਸ ਨੂੰ ਆਪਾਂ ਦਰਗਾਹ ਕਹਿੰਦੇ ਹਾਂ। ਅਸੀਂ ਇੱਥੋਂ ਉੱਥੇ ਜਾਣਾ ਹੁੰਦਾ ਹੈ, ਉੱਥੇ ਰਹਿਣ ਵਾਲੇ ਜੀ ਇੱਥੇ ਵੀ ਆਉਂਦੇ ਨੇ, ਇਹ ਟਰਾਂਸਫਰ ਹੁੰਦੇ ਰਹਿੰਦੇ ਨੇ, ਪਰ ਫਰਕ ਕੀ ਹੈ, ਇਹ ਸਾਨੂੰ ਦਿਸ ਰਿਹਾ ਹੈ, ਉਹ ਸਾਨੂੰ ਦਿਸ ਨਹੀਂ ਰਿਹਾ। ਕਹਿਣ ਲੱਗੇ ਫਿਰ ਜਾਣਾ ਜਦੋਂ ਅੱਗੇ ਸੂਰੇ ਸਹੀ ਆਗੇ ਆਖੀਆ, ਹੁਣ ਅਗਲੇ ਮੁਕਾਮ 'ਤੇ ਸੂਰਮੇ ਕਿਹੜੇ ਕਹੇ ਜਾਣਗੇ? ਦਰਗਹਿ ਪਾਵੇਂ ਸਾਚੀ ਮਾਣੋ, ਜੋ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਕਰਨਗੇ ਉਹ ਸੂਰਮੇ ਹੋਣਗੇ। ਅਤੇ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਕਰਨ ਵਾਸਤੇ ਜ਼ਰੂਰੀ ਨਹੀਂ ਕਿ ਅਸੀਂ ਲੜਾਈ ਪੜਾਈ ਵਾਲੇ ਸੂਰਮੇ ਹੋਈਏ। ਦਰਗਾਹ ਦੇ ਵਿੱਚ ਮਾਣ ਪ੍ਰਾਪਤ ਕਰਨ ਵਾਸਤੇ ਸਾਨੂੰ ਜੀਵਟ ਵਾਲੇ ਸੂਰਮੇ ਹੋਣਾ ਚਾਹੀਦਾ, ਬਲਵਾਨ ਹਿਰਦੇ ਵਾਲੇ ਸੂਰਮੇ ਹੋਣਾ ਚਾਹੀਦਾ। ਦਰਗਾਹ ਦੇ ਵਿੱਚ ਸੱਚ ਸਾਨੂੰ ਧਾਰਨੀ ਹੋਣਾ ਚਾਹੀਦਾ। ਜਿਵੇਂ ਬਾਹਰ ਸ਼ਸਤਰਧਾਰੀ ਸੂਰਮਾ ਹੁੰਦਾ ਹੈ, ਦਰਗਾਹ ਪ੍ਰਵਾਨਗੀ ਵਾਸਤੇ ਸੱਤ ਦਾ ਧਾਰਨੀ ਹੋਣਾ ਪਏਗਾ। ਜੇ ਸਾਡੇ ਪੱਲੇ ਸੱਤ ਨਹੀਂ ਹੈ ਤਾਂ ਅਸੀਂ ਅੱਗੇ ਪ੍ਰਵਾਨਿਤ ਨਹੀਂ ਹੋਵਾਂਗੇ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਅੱਗੇ ਪ੍ਰਵਾਨ ਹੋਣ ਅਤੇ ਅੱਗੇ ਪ੍ਰਵਾਨ ਭਾਈ ਉਹੀ ਹੋਣਗੇ ਜੋ ਦੁਨੀਆ ਭਰ ਦੇ ਵਿਕਾਰਾਂ ਤੋਂ, ਨਿੰਦਾ ਚੁਗਲੀਆਂ ਤੋਂ, ਦੁਨੀਆ ਦੀ ਬੁਰਾਈਆਂ ਤੋਂ ਬਚ ਜਾਣਗੇ, ਉਹੀ ਅੱਗੇ ਦਰਗਾਹ 'ਚ ਮਾਣ ਪਾਵਣਗੇ, ਉਹੀ ਸੂਰਮੇ ਹੋਣਗੇ ਜੋ ਜ਼ਿੰਦਗੀ ਦੀ ਬਾਜੀ ਜਿੱਤ ਜਾਣਗੇ। ਦਾ ਦਰਸ਼ਨ ਕਦੇ ਆਪਣੇ ਪੜ੍ਹਨਾ ਹੋਵੇ, ਸਮਾਂ ਹੋਵੇ ਤਾਂ ਸ਼ਰਾਗ ਦੇ ਪਹਿਲੇ ਬਚਨਾਂ 'ਚ ਇੱਕ ਬਚਨ ਹੈ, ਸ਼ਾਇਦ ਆਪਾਂ ਕਈ ਵਾਰ ਵਾਚ ਚੁੱਕੇ ਹਾਂ। ਖੇਡ ਮੈਦਾਨ ਦੇ ਵਿੱਚ ਸਾਰੇ ਬੱਚੇ ਇਕੱਠੇ ਹੀ ਦਾਖਲ ਹੁੰਦੇ ਨੇ, ਇੱਕੋ ਜਿਹਾ ਮਾਣ ਸਨਮਾਨ ਦੋਹਾਂ ਪੱਖਾਂ ਟੀਮਾਂ ਨੂੰ ਮਿਲਦਾ। ਦੋਨੋਂ ਪੱਖ ਜਦੋਂ ਟੀਮਾਂ ਖੇਡ ਮੈਦਾਨ 'ਚ ਆਉਂਦੀਆਂ, ਦੋ ਪਾਸੇ ਦੀਆਂ, ਮਾਣ ਸਨਮਾਨ ਇੱਕ ਸਮਾਨ ਹੁੰਦਾ। ਜਦੋਂ ਬੱਚੇ ਉਹ ਖੇਡਦੇ ਨੇ, ਖੇਡਦਿਆਂ ਖੇਡਦਿਆਂ ਹਾਰ ਅਤੇ ਜਿੱਤ ਦਾ ਫੈਸਲਾ ਹੋ ਜਾਂਦਾ, ਅਤੇ ਜਦੋਂ ਹਾਰ ਜਿੱਤ ਦਾ ਫੈਸਲਾ ਹੋ ਜਾਂਦਾ ਹੈ ਅਤੇ ਫਿਰ ਜਿਹੜੇ ਹਾਰ ਜਾਂਦੇ ਨੇ ਕਿ ਉਹ ਵੀ ਢੋਲ ਵਜਾ ਕੇ ਜਾਂਦੇ ਨੇ, ਕਿ ਉਹ ਵੀ ਉਸੇ ਮਾਣ ਸਨਮਾਨ ਦੇ ਨਾਲ ਉਸ ਮੈਦਾਨ 'ਚੋਂ ਬਾਹਰ ਜਾਂਦੇ ਨੇ, ਅਤੇ ਪਤਾ ਲੱਗਦਾ ਵਿਚਾਰੇ ਕਦੋਂ ਕਿਸ ਰਸਤੇ ਮੂੰਹ ਲੁਕਾ ਕੇ ਲੰਘ ਜਾਂਦੇ ਨੇ। ਬਲਕਿ ਸੁਰੱਖਿਆ ਦੇਣੀ ਪੈਂਦੀ ਉਹਨਾਂ ਨੂੰ, ਉਹਨਾਂ ਦੇ ਉੱਥੇ ਇੰਤਜ਼ਾਮ ਕਰਤੇ ਹੁੰਦੇ ਨੇ, ਉਹ ਬੜੇ ਢੰਗ ਨਾਲ ਵਿਚਾਰੇ ਬਚਾ ਕੇ ਵਿੱਚੋਂ ਕੱਢ ਕੇ ਲੈ ਜਾਂਦੇ ਕਿ ਲੋਕ ਮਾਰਨ ਨਾ ਇਹਨਾਂ ਨੂੰ। ਅਤੇ ਜਿਹੜੇ ਜਿੱਤ ਜਾਂਦੇ ਨੇ ਫਿਰ ਗਿਰੀਆਂ ਦਿੰਦੇ, ਖੇਡਾਂ ਕੱਢਦੇ, ਢੋਲ ਵਜਾਉਂਦੇ ਜਾਂਦੇ ਨੇ। ਅਤੇ ਮਹਾਰਾਜ ਦਾ ਬਚਨ ਸਾਨੂੰ ਮਿਲਦਾ ਨਾ ਕਿ ਭਾਈ ਇਸ ਸੰਸਾਰ ਦੀ ਖੇਡ ਵਿੱਚ ਵੀ ਸਭ ਇੱਕੇ ਤਰੀਕੇ ਨਾਲ ਮਾਣ ਸਨਮਾਨ ਦੇ ਨਾਲ ਅਸੀਂ ਪ੍ਰਵੇਸ਼ ਕਰਦੇ ਹਾਂ। ਜਨਮ ਦੇ ਸਮੇਂ ਭਾਵੇਂ ਕੋਈ ਅਮੀਰ ਅਤੇ ਭਾਵੇਂ ਗਰੀਬ ਹੈ, ਹਰ ਮਾਪਿਆਂ ਨੂੰ ਵਧਾਈ ਮਿਲੀ ਨਾ ਸਾਡੀ। ਭਾਵੇਂ ਕਿਸੇ ਗਰੀਬ ਦੇ ਘਰ ਜਨਮ ਹੋਇਆ ਅਤੇ ਭਾਵੇਂ ਕਿਸੇ ਰਾਜੇ ਦੇ ਘਰ ਜਨਮ ਹੋਇਆ, ਹਰ ਮੰਡਲ ਵਿੱਚ ਵਧਾਈਆਂ ਮਿਲੀਆਂ ਨਾ, ਹਰ ਜਨਮ 'ਤੇ ਵਧਾਈਆਂ ਮਿਲਦੀਆਂ। ਪਰ ਮੌਤ 'ਤੇ ਵੀ ਕਿ ਲੋਕ ਜੈਕਾਰ ਕਰਨਗੇ ਕਿ ਸੰਸਾਰ ਛੱਡ ਕੇ ਜਾਣ ਲੱਗੇ ਦਾ ਵੀ ਕਿ ਉਸੇ ਤਰ੍ਹਾਂ ਜੈਕਾਰ ਹੋਏਗਾ। ਕਹਿਣ ਲੱਗੇ ਨਹੀਂ, ਘਰ ਜਾਸਨ ਵਾਟ ਵਟਾਇਆ, ਹਰ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ। ਇਕੱਠੇ ਆਏ ਨੇ, ਇੱਕੋ ਜਿਹਾ ਮਾਣ ਸਨਮਾਨ ਮਿਲਿਆ ਹੈ, ਜੀਵਾਂ ਕਿਹਾ ਗਿਆ, ਪਰ ਜਦੋਂ ਇੱਥੋਂ ਜਾਣਾ ਹੈ ਨਾ, ਵਾਟ ਵਟਾਇਆ, ਰਾਹ ਅਲੱਗ-ਅਲੱਗ ਹੋ ਜਾਣੇ ਨੇ। ਹੋਰ ਕਿਹੜੇ ਹੋਣੇ? ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਜਿਹੜੇ ਜ਼ਿੰਦਗੀ ਦੀ ਬਾਜੀ ਜਿੱਤ ਗਏ ਉਹ ਤਾਂ ਅਲੱਗ ਰਸਤੇ ਜਾਣਗੇ, ਅਤੇ ਜੋ ਹਾਰ ਗਏ ਉਹ ਅਲੱਗ ਰਸਤੇ ਜਾਣਗੇ। ਅਤੇ ਜਿੱਤਦੇ ਕੌਣ ਨੇ? ਜੋ ਬਹਾਦਰ ਹੁੰਦੇ ਨੇ, ਜੋ ਤਕੜੇ ਹੁੰਦੇ ਨੇ। ਜ਼ਿੰਦਗੀ ਦੀ ਬਾਜੀ ਸੂਰਮੇ ਜਿੱਤ ਗਏ, ਉਹਨਾਂ ਨੂੰ ਗੁਰੂ ਨਾਨਕ ਸੂਰਮਾ ਕਹਿੰਦੇ ਨੇ, ਜੋ ਜ਼ਿੰਦਗੀ ਦੀ ਬਾਜੀ ਜਿੱਤਦੇ ਨੇ। ਅਤੇ ਜ਼ਿੰਦਗੀ ਦੀ ਬਾਜੀ, ਬੇਨਤੀ ਕਰਾਂ, ਸੰਤ ਜਿੱਤਦਾ ਹੈ। ਜ਼ਿੰਦਗੀ ਦੀ ਬਾਜੀ ਗੁਰਮੁਖ ਜਿੱਤਦਾ ਹੈ।
ਜ਼ਿੰਦਗੀ ਦੀ ਬਾਜੀ ਭਗਤ ਜਿੱਤਦਾ। ਇਸੇ ਕਰਕੇ ਅਸੀਂ ਇਹਨਾਂ ਨੂੰ ਮੰਨਦੇ ਨੇ, ਸੰਤਾਂ ਨੂੰ, ਗੁਰਮੁਖਾਂ ਨੂੰ, ਭਗਤਾਂ ਨੂੰ, ਜਿਨ੍ਹਾਂ ਜ਼ਿੰਦਗੀ ਦੀ ਬਾਜੀ ਜਿੱਤ ਲਈ ਹੈ, ਜਿਨ੍ਹਾਂ ਦੇ ਚਲਾਣੇ 'ਤੇ ਵੀ ਲੋਕ ਢੋਲ ਵਜਾਉਂਦੇ ਨੇ, ਜਿਨ੍ਹਾਂ ਦੇ ਚਲਾਣੇ ਹੀ ਨਹੀਂ ਬਲਕਿ ਜਿਨ੍ਹਾਂ ਨੂੰ 100-100 ਸਾਲ ਬਾਅਦ ਵੀ ਲੋਕ ਯਾਦ ਕਰਦੇ ਨੇ, ਜਿਨ੍ਹਾਂ ਦੀ ਯਾਦਾਂ ਬਣਾਈਆਂ ਜਾਂਦੀਆਂ ਨੇ। ਅੱਜ ਵੀ ਲੋਕ ਗੁਰਮੁਖਾਂ ਭਗਤਾਂ ਦੀਆਂ 100-100 200-200 ਸਾਲ ਹੋ ਗਏ ਲੋਕ ਯਾਦਾਂ ਮਨਾ ਰਹੇ ਨੇ ਨਾ, ਕਿਉਂ? ਉਹ ਜਿਉਂਦੇ ਨੇ, ਜ਼ਿੰਦਗੀ ਦੀ ਬਾਜੀ ਜਿੱਤ ਗਏ ਨੇ। ਅਤੇ ਬਾਕੀ ਕਿਤਨੇ ਮਰ ਗਏ ਨੇ ਹਾਰ ਕੇ, ਕੌਣ ਪੁੱਛਦਾ ਹੈ? ਘਰ ਦੇ ਜੀਵੇ ਔਖੇ ਸੌਖੇ ਸਾਲ ਮਗਰੋਂ ਇੱਕ ਪਾਠ ਰਖਾਉਂਦੇ, ਮੁੜ ਕੇ ਕੌਣ ਪੁੱਛਦਾ ਹੈ? ਭੁੱਲ ਜਾਂਦੇ ਲੋਕ ਬੜੀ ਛੇਤੀ, ਕਿਉਂਕਿ ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਸੂਰੇ ਸਹੀ ਆ ਗਏ ਆਖੀਆ ਹੈ, ਦਰ ਗਏ ਪਾਵੇਂ ਸਾਚੀ ਮਾਣੋ। ਅਤੇ ਮਹਾਰਾਮਾ ਹੋ ਕੇ ਵਿਆਖਿਆ ਕਰਦੇ, ਦਰ ਗਏ ਮਾਣ ਪਾਵੇਂ, ਦਰਗਾਹ ਦੇ ਵਿੱਚ ਫਿਰ ਉਹਨਾਂ ਨੂੰ ਮਾਣ ਮਿਲਦਾ ਹੈ। ਪੱਤ ਸਿਉਂ ਜਾਵੇਂ, ਜਿਹੜੇ ਇੱਜ਼ਤ ਨਾਲ ਜਾਂਦੇ ਨੇ। ਜੀਵਨ ਦਾ ਸਫ਼ਰ ਤੇ ਸਾਰੇ ਕਰਦੇ ਆ, ਪਰ ਇੱਜ਼ਤ ਨਾ ਕਰਦੇ ਨੇ ਇਹ ਥੋੜ੍ਹੇ ਹੁੰਦੇ ਨੇ। ਬਾਕੀ ਠੀਕ ਹੈ, ਰੋਟੀ ਪਾਣੀ ਖਾ ਲਿਆ, ਹੰਡਾ ਲਿਆ, ਪਰ ਇੱਜ਼ਤ ਦੇ ਨਾਲ ਜ਼ਿੰਦਗੀ ਦਾ ਸਫ਼ਰ ਕਰਨਾ। ਅਤੇ ਇੱਜ਼ਤ ਉਹਨਾਂ ਦੇ ਕੋਲ ਹੁੰਦੀ ਹੈ ਜਿਨ੍ਹਾਂ ਦੇ ਪੱਲੇ ਸੱਤ ਹੁੰਦਾ, ਜਿਨ੍ਹਾਂ ਦੇ ਪੱਲੇ ਗੁਰੂ ਕੇ ਬਚਨ ਹੁੰਦੇ ਨੇ। ਕਹਿਣ ਲੱਗੇ, ਦਰ ਗਏ ਮਾਣ ਪਾਵੈਂ, ਪੱਤ ਸਿਉਂ ਜਾਵੈਂ, ਆਗੈ ਦੁੱਖ ਨਾ ਲਾਗੈ। ਫਿਰ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਅੱਗੇ ਕੋਈ ਦੁੱਖ ਨਹੀਂ ਲੱਗਦਾ, ਕਿਉਂਕਿ ਇੱਥੇ ਉਹ ਦੁੱਖ ਨੂੰ ਦੁੱਖ ਮੰਨਦੇ ਨਹੀਂ। ਚੇਤਾ ਰੱਖਣਾ, ਇੱਥੇ ਰਹਿੰਦਿਆਂ ਦੁੱਖ ਲੱਗਦੇ ਨੇ। ਇਸ ਜ਼ਿੰਦਗੀ ਵਿੱਚ ਜੋ ਸਾਨੂੰ ਆ ਮਹਤਲੋਕ ਦੀ ਜ਼ਿੰਦਗੀ ਮਿਲੀ ਹੈ, ਇੱਥੇ ਗੁਰੂ ਸਾਹਿਬ ਜੀ ਦਾ ਕੋਈ ਐਸਾ ਦਾਵਾ ਨਹੀਂ ਹੈ ਵੀ ਤੇਰੀ ਜ਼ਿੰਦਗੀ 'ਚ ਕਦੇ ਦੁੱਖ ਨਹੀਂ ਆਏਗਾ। ਕਹਿਣ ਲੱਗੇ, ਨਹੀਂ, ਇੱਥੇ ਹੋ ਸਕਦਾ ਹੈ ਤੇਰੀ ਕਰਮ ਦਾ ਕੋਈ ਐਸਾ ਕੰਡਾ ਹੋਵੇ ਜੋ ਚੁਭੇ ਤੈਨੂੰ, ਪਰ ਤੂੰ ਜ਼ਿੰਦਗੀ ਜਿੱਤਣੀ ਹੈ ਨਾ। ਅਤੇ ਜ਼ਿੰਦਗੀ ਜਿੱਤਣ ਵਾਸਤੇ ਇੱਕ ਆਦਰਸ਼ਕ ਪੈਮਾਨਾ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਜੋ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ, ਉਹਨੂੰ ਵੀ ਕਹਿੰਦਾ ਸੱਚੇ ਪਾਤਸ਼ਾਹ ਤੇਰਾ ਭਾਣਾ ਹੈ, ਤੇਰੀ ਕਿਰਪਾ ਹੈ। ਅਤੇ ਫਿਰ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਜਦੋਂ ਸਰੀਰ ਛੱਡ ਕੇ ਜਾਂਦੇ ਨੇ, ਅੱਗੇ ਫਿਰ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਲੱਗਦਾ। ਅਤੇ ਜਿਹੜੇ ਇੱਥੇ ਦੁੱਖ ਲੱਗਦਾ ਹੈ ਅਤੇ ਮੰਨਦੇ ਨੇ ਦੁੱਖ ਨੂੰ ਦੁੱਖ, ਕਰਦੇ ਨੇ ਹਾਏ ਤੌਬਾ, ਫਿਰ ਉਹਨਾਂ ਨੂੰ ਅੱਗੇ ਬੜੇ ਦੁੱਖ ਭੁਗਤਣੇ ਪੈਂਦੇ ਨੇ। ਗੁਰਬਾਣੀ ਜੈਸੇ ਬੜੇ ਸ਼ਬਦ ਵਰਤੇ ਨੇ ਵੀ ਉੱਥੇ ਫਿਰ ਦੁੱਖ ਲੱਗਦੇ ਨੇ। ਉੱਥੇ ਤਾਂ ਐਸਾ ਭਾਵ ਹੁੰਦਾ ਹੈ ਵੀ ਇਸੇ ਪਾਵਨ ਬਾਣੀ 'ਚ ਅੱਗੇ ਜਾ ਕੇ ਖੁਲਾਸਾ ਹੈ, ਗਲ ਸੰਗਲ ਸਿਰ ਮਾਰੈ ਉਭਾਉ। ਗਲ ਸੰਗਲ ਪਾਇਆ ਹੁੰਦਾ, ਸਿਰ 'ਚ ਮਾਰ ਪੈਂਦੀ ਹੈ। ਨਾ ਦਿਸੇ ਘਰ ਬਾਹਰੋਂ, ਉੱਥੇ ਕੋਈ ਘਰ ਬਾਹਰ ਥੋੜ੍ਹਾ ਦਿਸਦਾ ਹੈ, ਫਿਰ ਉੱਥੇ ਦੁੱਖ ਲੱਗਦਾ ਹੈ। ਗਲ ਸੰਗਲ ਪਾਇਆ ਹੋਇਆ, ਮਾਰ ਮੂੰਹੇ ਮੂੰਹ ਖਾਣੀ ਪੈ ਰਹੀ ਹੈ। ਨਾ ਦਿਸੇ ਘਰ ਬਾਹਰੋਂ, ਫਿਰ ਕਹਿਣ ਲੱਗੇ ਉੱਥੇ ਲੋਕ ਤਰਲੇ ਵੀ ਕਰਦੇ ਹੋਣਗੇ ਨਾ, ਬੇਨਤੀਆਂ ਵੀ ਕਰਦੇ ਹੋਣਗੇ ਵੀ ਬਖਸ਼ ਦਿਓ। ਇਬ ਕੇ ਰਾਹੇ ਜੰਮੈ ਨਾਹੀਂ, ਜਿਵੇਂ ਇੱਥੇ ਕੋਈ ਕਰਮ ਬੀਜੋਗੇ ਅਤੇ ਉਹਦਾ ਫਲ ਮਿਲੇਗਾ। ਕਹਿਣ ਲੱਗੇ ਸਰੀਰ ਛੱਡਣ ਤੋਂ ਬਾਅਦ ਮਾਨੋ ਕੋਈ ਜੀਵਾਤਮਾ ਤਰਲੇ ਵੀ ਕਰੇ, ਅਰਦਾਸਾਂ ਵੀ ਕਰੇ, ਅਤੇ ਮਹਾਰਾਜ ਦਾ ਇੱਕ ਆਪਣਾ ਬਚਨ ਹੈ ਜੋ ਆਉਣ ਵਾਲੇ ਸਮੇਂ 'ਚ ਆਪਾਂ ਬਚਨਾ, ਇਬ ਕੇ ਰਾਹੇ ਜੰਮੈ ਨਾਹੀਂ। ਉੱਥੇ ਕੋਈ ਕਰਮ ਕੀਤਾ ਜਨਮਦਾ ਨਹੀਂ, ਜੇ ਫਲ ਨਹੀਂ ਮਿਲਦਾ, ਫਿਰ ਕਹਿੰਦਾ ਪਛਤਾਣੇ ਸਿਰ ਭਾਰੋ। ਪਛਤਾਉਂਦੇ ਨੇ, ਹਾਏ ਰੱਬਾ ਜਦੋਂ ਸਮਾਂ ਮਿਲਿਆ ਸੀ ਜਪ ਕਰ ਲੈਂਦੇ, ਜਦੋਂ ਸਮਾਂ ਮਿਲਿਆ ਸੀ ਨਿੰਦਾ ਚੁਗਲੀ ਈਰਖਾ ਨਾ ਕਰਦੇ। ਮਹਾਰਾਜ ਕਹਿਣ ਲੱਗੇ ਜੇ ਇੱਥੇ ਕਰ ਲੈਂਦੇ ਨੇ ਨਾ, ਉਹ ਫਿਰ ਅੱਗੇ ਦੁੱਖ ਨਹੀਂ ਪ੍ਰਾਪਤ ਕਰਦੇ। ਇਸੇ ਕਰਕੇ ਗੁਰਮਤਿ ਦਰਸ਼ਨ ਹੈ ਕਿ ਇੱਥੇ ਅਗਰ ਕੋਈ ਸੰਸਾਰ ਘਰ ਪਰਿਵਾਰ 'ਚ ਦੁੱਖ ਆ ਵੀ ਗਿਆ ਅਤੇ ਗੁਰੂ ਨੂੰ ਉਲਾਮਾ ਮੱਦੇ ਮਤ ਤੁਰ ਜਾਇਓ, ਖਿੜੇ ਮੱਥੇ ਰੋ, ਕੋਈ ਗੱਲ ਨਹੀਂ, ਪਰ ਸੰਸਾਰ ਪਰਿਵਾਰ 'ਚ ਹੁੰਦਾ ਰਹਿੰਦਾ, ਉਤਾਰ ਚੜਾਵ ਆਉਂਦੇ ਹੀ ਰਹਿੰਦੇ ਨੇ। ਔਰ ਇਹ ਉਤਾਰ ਚੜਾਵ ਸਾਨੂੰ ਮਹਾਰਾਜ ਨੇ ਆਪਣੇ ਜੀਵਨ 'ਚ ਹੰਡਾ ਕੇ ਦੱਸੇ ਨੇ ਨਾ। ਦੁਨਿਆਵੀ ਤੌਰ 'ਤੇ ਪਾਤਸ਼ਾਹ ਦਸ਼ਮੇਸ਼ ਜੀ ਜਦੋਂ ਚਮਕੌਰ ਸਾਹਿਬ ਤੋਂ ਬਾਹਰ ਨਿਕਲੇ ਨੇ, ਕਿਤੇ ਉਸ ਪਾਸੇ ਜਾਣ ਦਾ ਬਹੁਤਾ ਦੂਰ ਨਹੀਂ, ਕਦੇ ਵਕਤ ਮਿਲੇ, ਚਮਕੌਰ ਸਾਹਿਬ ਅਤੇ ਮਾਛੀਵਾੜੇ ਦੇ ਦਰਮਿਆਨ ਜਿੱਥੇ ਹੁਣ ਝਾੜ ਸਾਹਿਬ ਹੈ, ਚਲੋ ਹੁਣ ਤਾਂ ਰੌਣਕ ਦੀ ਲੱਗਦੀ ਨਾ ਉੱਥੇ ਝਾੜਸਾ ਵਾਲੇ ਮੁਕਾਮਾਂ 'ਤੇ, ਨਹਿਰ ਕਰਕੇ ਚਲੋ ਹੋਰ ਵੀ ਰੌਣਕ ਹੋ ਗਈ ਹੈ। ਦੂਰ ਤੱਕ ਕਿੱਕਰ ਅਤੇ ਬਰੇਤਾ ਹੈ, ਕੋਈ ਬੰਦਾ ਪਰਿੰਦਾ ਨਹੀਂ, ਅੱਧੀ ਰਾਤ 'ਤੇ ਠਰੀ ਹੋਈ। ਉੱਥੇ ਕਿੰਨਾ ਕੁ ਸੁੱਖ ਹੋਵੇਗਾ ਮਹਾਰਾਜ ਜੀ ਕੋਲ, ਉੱਥੇ ਕਿੰਨੀਆਂ ਕੁ ਸਹੂਲਤਾਂ ਨੇ ਮਹਾਰਾਜ ਜੀ ਕੋਲ। ਮਾਛੀਵਾੜੇ ਕੋਈ ਸੁਭਾਗ 'ਚ ਪਹੁੰਚ ਗਏ ਨੇ ਜੋ ਤਖਤਾਂ ਅਤੇ ਤਾਜਾਂ ਦੇ ਮਾਜਾਂ ਦੇ ਮਾਲਕ ਨੇ,
ਅੱਜ ਸਰਦ ਰਾਤ ਵਿੱਚ ਸਰਦ ਜ਼ਮੀਨ 'ਤੇ ਭੋਏ ਲੇਟੇ ਹੋਏ ਨੇ, ਤੇ ਕਿਤੇ ਮਖਮਲੀ ਬਿਸਤਰ ਹੋਣਗੇ। ਤੇ ਅੱਜ ਕੀ ਹੈ, ਸਰਾਣੇ ਇੱਕ ਟਿੰਡ, ਉਹ ਜੋ ਖੂਹ 'ਚੋਂ ਪਾਣੀ ਭਰਨ ਵਾਸਤੇ ਇੱਕ ਰਾਹਟ ਨਾਲ ਬੱਧੀ ਹੁੰਦੀ ਮਿੱਟੀ ਦੇ ਕੁੱਜੀ ਜਿਹੀ ਸਰਾਣੇ ਰੱਖੀ ਹੋਈ ਹੈ। ਤੇ ਉੱਥੇ ਵੀ ਕੀ ਗੁਲਾਮਾਂ ਦਿੱਤਾ। ਦੁੱਖ ਹੈ ਨਾ ਸਮਾਜਿਕ ਤੌਰ 'ਤੇ ਅਤੇ ਪਰਿਵਾਰਕ ਤੌਰ 'ਤੇ, ਸ਼ਾਇਦ ਇਹਦੇ ਤੋਂ ਵੱਡਾ ਦੁੱਖ ਸੰਸਾਰ 'ਚ ਨਹੀਂ ਹੋਵੇਗਾ। ਬੜੇ ਵੱਡੇ ਵੱਡੇ ਨਾਮ ਸੁਣੇ ਪੜੇ ਨੇ, ਲੋਕ ਇਹੋ ਜਿਹੇ ਦੁੱਖਾਂ ਤੋਂ ਟੁੱਟ ਗਏ ਨੇ। ਇਤਿਹਾਸ ਵਿੱਚ ਨਾ ਪੜ੍ਹੇ ਤੇ ਮਹਾਰਾਣਾ ਪ੍ਰਤਾਪ ਵਰਗੇ ਐਸੇ ਦੁੱਖ ਵਿੱਚ ਆ ਕੇ ਟੁੱਟ ਗਏ ਨੇ, ਮਾਫੀਆਂ ਮੰਗ ਲਈਆਂ ਨੇ। ਪਰ ਸਤਿਗੁਰੂ ਪਾਤਸ਼ਾਹ ਕੀ ਕਹਿੰਦੇ, ਨਹੀਂ, ਹਵਾ ਠੰਡੀ ਆਈ, ਹਵਾ ਨੂੰ ਕਹਿੰਦੇ ਜਾ ਮੇਰੇ ਪ੍ਰੀਤਮ ਸੁਨਾ ਦੇ ਦੇਈਂ ਕਿ ਤੇਰਾ ਹੀ ਵਿਛੋੜਾ ਨਾ ਹੋ ਜਾਏ ਕਿਤੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਝ ਬਿਨ ਰੋਗ ਰਜੈਂਦ ਓਢਣ, ਨਾਗ ਨਿਵਾਸਾਂ ਦੇ ਰਹਿਣ। ਸੁਣਦੇ ਪੜ੍ਹਦੇ ਨਾ, ਉਲਾਮਾ ਤੇ ਨਹੀਂ ਕੋਈ ਨਜ਼ਰ ਆਇਆ ਵੀ ਮਹਾਰਾਜ ਨੇ ਕਹੇ ਕਿ ਹਾਏ ਮੇਰਾ ਅਨੰਦਪੁਰ ਖੁੱਸ ਗਿਆ, ਮੇਰਾ ਤਾਜ ਖੁੱਸ ਗਿਆ, ਮੇਰਾ ਘੋੜਾ ਨਹੀਂ ਹੈ, ਮੇਰੇ को ਰਹਿਣ ਬਹਿਣ ਨੂੰ ਨਹੀਂ ਹੈ, ਮੇਰੇ ਪੁੱਤਰ ਪਤਾ ਨਹੀਂ ਕਿੱਧਰ ਗਏ, ਮੇਰੀ ਬਜ਼ੁਰਗ ਮਾਤਾ ਪਤਾ ਨਹੀਂ ਕਿੱਧਰ ਗਏ। ਕੋਈ ਸ਼ਿਕਵਾ ਸ਼ਿਕਾਇਤ ਉਲਾਮਾ ਨਹੀਂ। ਮਹਾਰਾਜ ਨੇ ਕੋਈ ਅੱਜ ਤੱਕ ਇਤਿਹਾਸ ਸ਼ਿਕਵਾ ਸ਼ਿਕਾਇਤ ਪੜ੍ਹਿਆ ਸੁਣਿਆ ਨਹੀਂ। ਜਿਹੜਾ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ, ਉਹਨੂੰ ਅੱਗੇ ਦੁੱਖ ਨਹੀਂ ਮਿਲਦਾ। ਇਹ ਮਹਾਰਾਜ, ਇਹ ਨਹੀਂ ਕਿ ਮਹਾਰਾਜ ਸਾਡੇ ਦੁੱਖ ਆਪ ਬਦਲ ਨਹੀਂ ਸਕਦੇ। ਅਸੀਂ ਤਾਂ ਇਹ ਮੰਨਦੇ ਕਿ ਅਗਰ ਮਹਾਰਾਜ ਇੱਕ ਵਾਰ ਆਨੰਦਪੁਰ ਬੈਠੇ, ਨਿਗਾਹ ਭਰ ਕੇ ਆਲੇ ਦੁਆਲੇ ਦੇਖ ਲੈਂਦੇ ਤੇ ਜ਼ਮਾਨਾ ਬਦਲ ਜਾਂਦਾ। ਪਰ ਸਾਡੇ ਵਾਸਤੇ ਜੀ ਰਹੇ ਨੇ ਕਿ ਭਾਈ ਕੋਈ ਕੱਲ੍ਹ ਨੂੰ ਇਹ ਨਾ ਕਹਿ ਲਿਆ ਗੁਰੂ ਗੋਬਿੰਦ ਸਿੰਘ ਗੁਰੂ ਸੀਗੇ ਤਾਂ ਬਦਲ ਗਿਆ। ਨਹੀਂ ਜੀ, ਸਾਡੇ ਵਾਂਗ ਜੀਵਨ ਹੰਢਾ ਕੇ ਦਿੱਤਾ ਹੈ। ਕਿਤੇ ਰੱਬ ਨਾ ਕਰੇ ਕੱਲ੍ਹ ਨੂੰ ਕਿਸੇ ਨੂੰ ਕੋਈ ਪਰਿਸਥਿਤੀਆਂ ਬਦਲ ਜਾਣ, ਅਸੀਂ ਟੁੱਟ ਨਾ ਜਾਈਏ, ਹਾਏ ਤੌਬਾ ਨਾ ਮਚਾ ਬੈਠੀਏ। ਅਸੀਂ ਸ਼ੁਕਰ ਚਰੀਏ, ਨਹੀਂ ਮਹਾਰਾਜ ਕੋਈ ਗੱਲ ਨਹੀਂ, ਸ਼ੁਕਰ ਹੈ। ਉਲਾਹਨੋਂ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਕਹਿਣ ਲੱਗੇ ਫਿਰ ਕੀ ਕਰੀਏ? ਕਹਿਣ ਲੱਗੇ ਕਰ ਏਕ ਧਿਆਵੈ, ਬਸ ਇੱਕ ਕਰਕੇ ਧਿਆਉਂਦੇ ਰਹਿਣਾ। ਇੱਕ ਹੈ, ਏਕੋ ਹੈ ਭਾਈ, ਏਕੋ ਹੈ। ਕਰ ਏਕ ਧਿਆਵੈ ਤਾਂ ਫਲ ਪਾਵੈ, ਤਾਂ ਇਹ ਮਾਣ ਮਿਲਦਾ ਹੈ, ਤਾਂ ਇਹ ਫਲ ਮਿਲਦਾ ਹੈ। ਜਿਤ ਸੇਵੀਐ ਭਉ ਭਾਗੈ, ਜਿਸ ਸਾਹਿਬ ਦੀ ਬਖਸ਼ਿਸ਼ ਦੇ ਨਾਲ ਹਰ ਪ੍ਰਕਾਰ ਦਾ ਭੈ, ਹਰ ਪ੍ਰਕਾਰ ਦਾ ਡਰ ਮਿਟ ਜਾਂਦਾ ਹੈ, ਤਾਂ ਫਲ ਮਿਲਦਾ ਹੈ। ਜਦੋਂ ਕੋਈ ਇੱਥੇ ਟਿਕ ਜਾਂਦਾ ਹੈ, ਫਿਰ ਸਾਡੇ ਵਾਸਤੇ ਇੱਕ ਆਦਰਸ਼ਕ ਬਖਸ਼ਿਸ਼ ਹੈ। ਉੱਚਾ ਨਹੀਂ ਕਹਿਣਾ, ਕਦੇ ਉਲਾਮਾ ਨਹੀਂ ਦੇਣਾ, ਕਦੇ ਉੱਚੇ ਬੋਲ ਨਹੀਂ ਬੋਲਣੇ। ਜਿਵੇਂ ਅਸੀਂ ਕਦੇ ਘਰ 'ਚ ਬੋਲਦੇ ਹਾਂ ਤਾਂ ਅਗਲੇ ਨਾ ਉੱਚਾ ਨਹੀਂ ਬੋਲੀਦਾ, ਭਾਵ ਹਾਈਪਰ ਟੋਨ ਵਿੱਚ ਨਹੀਂ ਗੱਲ ਕਰਨੀ ਕਿਸੇ ਨਾਲ। ਅਦਬ ਨਾਲ ਗੱਲ ਕਰੋ ਨਾ, ਜੋ ਗੱਲ ਹੈ ਅਦਬ ਸਤਿਕਾਰ ਨਾਲ ਕਹੋ। ਉੱਚਾ ਨਹੀਂ ਕਹਿਣਾ। ਕੈਸੇ ਰਹਿਣਾ? ਮਨਮੈ ਰਹਿਣਾ, ਰਿਸਪੈਕਟੇਬਲ ਜੀਵਨ 'ਚ ਰਹਿਣਾ। ਉਲਾਮੇ ਨਹੀਂ ਦੇਣੇ, ਸਹਿਜ ਵਿੱਚ ਰਹਿਣਾ ਹੈ। ਆਪੇ ਜਾਣੋ ਕੀ ਕਰਤੇ ਨੂੰ ਪਤਾ ਨਹੀਂ, ਤੇਰੇ ਨਾਲ ਕੀ ਵਰਤ ਰਹੀ ਹੈ, ਕਿ ਸਾਡੇ ਨਾਲ ਜੋ ਹੋ ਰਿਹਾ ਕਿ ਵਾਹਿਗੁਰੂ ਨੂੰ ਪਤਾ ਨਹੀਂ, ਪਤਾ ਹੈ। ਸ਼ੁਕਰ ਕਰੀਏ। ਮਰਨ ਮਨਸਾ ਸੂਰਿਆ ਹੱਕ ਹੈ, ਜੋ ਹੋਏ ਮਰਹਿ ਪਰਵਾਣੋ। ਜਿਹੜੇ ਦਰਗਾਹ 'ਚ ਮਾਣ ਪਾਉਣਾ ਹੈ ਤੇ ਇੱਥੇ ਪ੍ਰਵਾਨਗੀ ਨੂੰ ਪ੍ਰਾਪਤ ਕਰਦੇ ਨੇ, ਉਹ ਮਾਣ ਪ੍ਰਾਪਤ ਕਰਦੇ ਨੇ। ਉਹ ਸੂਰਮੇ ਬਹਾਦਰ ਹੋਏ। ਗੁਰਦੇਵ ਕਿਰਪਾ ਕਰਨ ਅਸੀਂ ਕਿਸੇ ਰਹੱਸ ਨੂੰ, ਇਸ ਆਨੰਦ ਨੂੰ ਜਾਣ ਮੰਨ ਸਕੀਏ। ਸ਼ਬਦ ਦੀਆਂ ਅਗਲੀ ਪੌੜੀ ਦੀ ਬਖਸ਼ਿਸ਼ਾਂ ਵਿਚਾਰਾਂ ਸਮੇਂ ਦੇ ਨਾਲ ਫਿਰ ਵਾਚਾਂਗੇ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।